श्री वाहिगुरु वाहिगुरु साहिब जीओ। श्री राग महला पहला। मन झूठै तन झूठ है, जिहवा झूठी होए। मुख झूठे मुख झूठै झूठ बोलना, क्यों कर सूचा होए। बिन अब शब्द न मांजीऐ, साचे ते सच होए। मुंदे गुणहीणी सुख के, फिर रलियां रस मान सी। साच शब्द सुख ने रहाओ। फिर परदेसी जे थिए, धन वांडी चूरे। ज्यों जल थोड़ै माछुली, करन पलाव करे। फिर भावै सुख पाईऐ, जां आपे नदर करे। फिर सालाही अपना, सखी सहेली नाल। तन सो है मन मोहिया, रत्ती रंग निहाल। शब्द सवारी सोहणी, फिर रावै गुण नाल। कामण काम न आवई, खोटी अवगणियार। ना सुख पेईऐ सहुरै, झूठ चली बेकार। ना सुख पेईऐ सहुरै, झूठ जली बेकार। आवण वंजन डाखड़ो, छोडी कंत विसार। पिरकी नार सुहावणी, मुत्ती सो कित साध। पिर कै काम न आवई, बोलै फादल बाद। दर घर ढोई नाल है, छूटी दूजै साध। पंडित वाचै पोथियां, ना बूझै विचार। अनको मत्ती दे चलै, माया का व्यापार। कथनी झूठी जग भवै, रहनी शब्द सो सार। केते पंडित जोत की, वेदां करें विचार। वाद विरोध सलाहणे, वादे आवण जान। बिन गुर कर्म न छुटसी, कै सुन आख वखाण। सब गुणवंती आखिएं, मैं गुण नाही कोय। हर वर नार सुहावणी, मैं भावै प्रभ सोए। नानक शब्द मिलावड़ा, ना वे छोड़ा होए। वाहिगुरु जी का खालसा, वाहिगुरु जी की फतेह। हाजरा हजूर जुगो जुग अटल। चवर छत्र तख्त दे मालिक साहिब श्री गुरु ग्रंथ साहिब जी दी कोटान कोटान किरपा रहमत ते बख्शिश दे नाल हर रोज़ दी तरह जो ग्लोबल गुरबाणी विचार व्हाट्सएप ग्रुप दे राहीं ते फेसबुक लाइव आडियो दे राहीं जो निरंतर धन साहिब श्री गुरु ग्रंथ साहिब जी की लड़ीवार कथा चल रही है, जिस विच श्री राग दे अष्टपदियां दी विचार प्रारंभ की गई है, जिहदे विच हुण तक साहिब श्री गुरु नानक साहिब जी महाराज जी के पावन मुखारबिंद तो उचारण होए पावन शब्द श्री गुरु नानक साहिब जी महाराज जी दे अज दे 5वें शब्द की विचार है। हुण तक
4 ਸ਼ਬਦ ਆਪਾਂ ਸਤਿਗੁਰ ਦੀ ਕਿਰਪਾ ਦੇ ਨਾਲ ਵਿਚਾਰ ਚੁੱਕੇ ਹਾਂ। ਅੱਜ 5ਵੇਂ ਸ਼ਬਦ ਦੀ ਵਿਚਾਰ ਆਪ ਜੀ ਕੇ ਸਨਮੁਖ ਰੱਖਣ ਲੱਗੇ ਹਾਂ। ਇਹ ਗੁਰਬਾਣੀ ਵਿਚਾਰ ਲੈ ਕੇ ਆਉਣ ਦਾ ਆਪ ਜੀ ਕੇ ਸਨਮੁਖ ਇਹੀ ਮਕਸਦ ਹੈ ਕਿ ਆਪਾਂ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੁੜੀਏ। ਇਸੇ ਕਰਕੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਘਰ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਜਿੱਥੇ ਵੀ ਬੈਠੇ ਹੋ, ਘੱਟੋ ਘੱਟ ਤੁਹਾਨੂੰ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਬੇਸਿਕ ਜਿਹੜੀ ਗੁਰਬਾਣੀ ਦੀ ਨੁਕਤਾ ਹੈ, ਬੇਸਿਕ ਜਿਹੜੇ ਗੁਰਬਾਣੀ ਦੇ ਜਿਹੜੇ ਸਮਝਣ ਦੇ ਤਰੀਕੇ ਉਹ ਸਾਨੂੰ ਸਮਝ ਆ ਸਕਣ। ਸੋ ਇਸੇ ਹੀ ਯਤਨ ਅਧੀਨ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਮੈਂ ਬਹੁਤ ਧੰਨਵਾਦੀ ਹਾਂ ਤਮਾਮ ਸਰੋਤਿਆਂ ਦਾ, ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠ ਕੇ ਰੋਜ਼ਾਨਾ ਗੁਰਬਾਣੀ ਵਿਚਾਰ ਨਾਲ ਜੁੜਦੇ ਨੇ, ਆਪ ਵੀ ਸੁਣਦੇ ਨੇ ਤੇ ਹੋਰਾਂ ਦੇ ਨਾਲ ਵੀ ਸ਼ੇਅਰ ਕਰਦੇ ਹਨ। ਕਿਉਂਕਿ ਗੁਰਬਾਣੀ ਨੂੰ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਅਸੀਂ ਵੱਧ ਤੋਂ ਵੱਧ ਇੱਕ ਦੂਸਰੇ ਨਾਲ ਸ਼ੇਅਰ ਕਰੀਏ, ਤਾਂ ਕਿ ਵੱਧ ਤੋਂ ਵੱਧ ਕਿਸੇ ਦੇ ਵੀ ਜੀਵਨ ਵਿੱਚ ਗੁਰਬਾਣੀ ਦੇ ਪ੍ਰਤੀ ਪ੍ਰੇਮ ਤੇ ਸਤਿਕਾਰ ਬਣੇ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੰਨਾ ਨੰਬਰ 56 ਦੇ ਉੱਪਰ ਸੁਭਾਇਮਾਨ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ। ਰਾਗ ਸ਼੍ਰੀ ਰਾਗ ਹੈ ਤੇ 8 ਪਦਿਆਂ ਦਾ ਸ਼ਬਦ ਹੈ, ਅਸ਼ਟਪਦੀ ਹੈ, ਜਿਹਦੇ ਵਿੱਚ ਇੱਕ ਬੰਦ ਰਹਾਉ ਦਾ ਹੈ। ਹਮੇਸ਼ਾ ਹੀ ਆਪਾਂ ਗੁਰਬਾਣੀ ਦੀ ਵਿਚਾਰ ਰਹਾਉ ਦੇ ਬੰਦ ਤੋਂ ਪ੍ਰਾਰੰਭ ਕਰਦੇ ਹਾਂ। ਆਓ ਸਤਿਗੁਰ ਰਹਿਮਤ ਕਰਨ, ਅਸੀਸ ਬਖਸ਼ਣ, ਪ੍ਰੇਮ ਬਖਸ਼ਣ। ਆਪਾਂ ਬਹੁਤ ਅਦਬ ਸਤਿਕਾਰ ਤੇ ਪ੍ਰੇਮ ਨਾਲ ਗੁਰਬਾਣੀ ਨੂੰ ਸਰਵਣ ਕਰੀਏ ਤੇ ਜੀਵਨ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਇਹ ਹੀਰੇ ਵਰਗਾ ਜਨਮ ਸਤਿਗੁਰ ਕੀ ਅੰਮ੍ਰਿਤਮਈ ਪਾਵਨ ਬਾਣੀ ਦੇ ਨਾਲ ਜੁੜ ਕੇ ਸਫਲ ਹੋ ਸਕੇ। ਸੋ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਮੁੰਦੇ ਗੁਣਹੀਣੀ ਸੁਖ ਕੇ, ਪਿਰ ਰਲੀਆਂ ਰਸ ਮਾਣ ਸੀ, ਸਾਚ ਸ਼ਬਦ ਸੁਖ ਨੇ। ਇਹ ਪਾਵਨ ਰਹਾਉ ਦਾ ਬੰਦ ਹੈ। ਮੁੰਦੇ ਦਾ ਅਰਥ ਹੈ ਹੇ ਭੋਲੀ ਭਾਲੀ ਜੀਵ ਇਸਤਰੀ। ਮੈਂ ਹਮੇਸ਼ਾ ਬਾਣੀ ਬੇਨਤੀ ਕਰਦਾ ਰਹਿੰਦਾ, ਸਤਿਗੁਰ ਦੀ ਬਾਣੀ ਦੇ ਵਿੱਚ ਬਹੁਤ ਇਹੋ ਜਿਹੇ ਸ਼ਬਦ ਨੇ, ਈਵਨ ਇੱਥੋਂ ਤੱਕ ਪੂਰੀ ਦੀਆਂ ਪੂਰੀਆਂ ਬਾਣੀਆਂ ਨੇ ਜਿਹਦੇ ਵਿੱਚ ਜੀਵ ਇਸਤਰੀ ਕਹਿ ਕੇ ਸਾਨੂੰ ਸੰਬੋਧਨ ਕੀਤਾ ਗਿਆ, ਕਿਉਂਕਿ ਆਤਮਾ ਪ੍ਰਮਾਤਮਾ ਵਾਹਿਗੁਰੂ ਪੁਰਖ ਦੀ ਜੀਵ ਇਸਤਰੀ ਹੈ ਤੇ ਇਸ ਆਤਮਾ ਨੇ ਪ੍ਰਮਾਤਮਾ ਪਤੀ ਦੇ ਨਾਲ ਲੀਨ ਹੋਣਾ ਹੈ ਤੇ ਜੀਵਨ ਦੇ ਵਿੱਚ ਉਹ ਗੁਣ ਅਪਣਾਉਣੇ ਨੇ ਜਿਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਪ੍ਰਮਾਤਮਾ ਪਤੀ ਦੇ ਘਰ ਦੇ ਵਿੱਚ ਇਹ ਪ੍ਰਵਾਨ ਹੋ ਜਾਵੇ। ਤੋ ਸਤਿਗੁਰੂ ਜੀ ਨੇ ਇਸ ਸੰਸਾਰ ਰੂਪੀ ਪੇਕੜੇ ਘਰ ਦੇ ਵਿੱਚ ਜਿਹੜੀ ਜੀਵ ਇਸਤਰੀ ਰੰਗ ਰਲੀਆਂ ਮਾਣ ਰਹੀ ਹੈ, ਪਦਾਰਥਾਂ ਦੇ ਵਿੱਚ ਮਸਤ ਹੈ, ਉਹਨੂੰ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਪੇਕੜਾ ਘਰ ਸਦੀਵੀ ਨਹੀਂ ਹੈ, ਕੋਈ ਇੱਥੇ ਨਾ ਸਦੀਵੀ ਰਿਹਾ ਹੈ ਨਾ ਕੋਈ ਰਵੇਗਾ। ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣਹਾਰ। ਸਾਰਿਆਂ ਨੇ ਇੱਕ ਨਾ ਇੱਕ ਦਿਨ ਇੱਥੋਂ ਛੱਡ ਕੇ ਚਲੇ ਜਾਣਾ ਹੈ। ਫਿਰ ਇੱਥੇ ਦੇ ਜਿਤਨੇ ਵੀ ਅਸੀਂ ਮਾਇਆ ਦੇ ਮੋਹ ਦੇ ਪਸਾਰੇ ਨੇ, ਇਹ ਨਾ ਕਿਸੇ ਦੇ ਨਾਲ ਗਏ ਨੇ ਤੇ ਨਾ ਕਿਸੇ ਦੇ ਨਾਲ ਜਾਣਗੇ। ਤੋ ਸਤਿਗੁਰੂ ਜੀ ਕਹਿੰਦੇ ਜਦ ਤੱਕ ਤੂੰ ਇੱਥੇ ਰਹਿਣਾ ਹੈ ਐਸਾ ਗੁਣਵੰਤੀ ਬਣ ਕੇ ਰਹਿ, ਤਾਂ ਕਿ ਤੇਰੀ ਇੱਥੇ ਪੂਰੀ ਸੋਭਾ ਵਡਿਆਈ ਤੇਰੀ ਹੋਵੇ ਤੇ ਤੂੰ ਜਦੋਂ ਸੁਰਖਰੂ ਹੋ ਕੇ ਨਿਰੰਕਾਰ ਰੂਪੀ ਪਤੀ ਦੇ ਨਾਲ ਸਾਂਝ ਪਾਵੇਂ, ਉਹਦੇ ਨਾਲ ਵਿਆਹੀ ਜਾਵੇਂ ਤੇ ਤੇਰੇ ਪਿੱਛੋਂ ਜਿਹੜਾ ਤੇਰਾ ਪੇਕੜਾ ਘਰ ਆ ਨਾ, ਉਹਦੇ ਵਿੱਚ ਤੇਰਾ ਮਾਨ ਤੇਰੀ ਸੋਭਾ ਸਦੀਵੀ ਬਣੀ ਰਵੇ। ਇਹ ਗੱਲ ਪਾਤਸ਼ਾਹ ਜੀ ਸਮਝਾਉਣ ਦੀ ਹਰ ਵਕਤ ਕੋਸ਼ਿਸ਼ ਕਰਦੇ ਹਨ। ਮੁੰਦੇ ਗੁਣਹੀਣੀ ਸੁਖ ਕੇ। ਮੁੰਦੇ ਦਾ ਅਰਥ ਹੈ ਹੇ ਭੋਲੀ ਭਾਲੀ ਜੀਵ ਇਸਤਰੀਏ। ਕਿਹ ਹਾਹੇ ਨੂੰ ਸਿਹਾਰੀ ਹੈ, ਕਾਹਦੇ ਵਿੱਚ? ਕੁਐਸਚਨ ਮਾਰਕ ਹੈ, ਕਾਹਦੇ ਵਿੱਚ? ਸਾਹਿਬ ਕਹਿੰਦੇ ਹੇ ਭੋਲੀ, ਹੇ ਮਾਇਆ ਦੇ ਰੰਗਾਂ ਦੇ ਵਿੱਚ ਗ੍ਰਸੀ ਹੋਈ ਜੀਵ ਇਸਤਰੀਏ,
ਜੋ ਆਪਣੇ ਅੰਦਰ ਆਤਮਿਕ ਸੁੱਖ ਦੇਣ ਵਾਲੇ ਤੂੰ ਗੁਣਾਂ ਤੋਂ ਸਖਣੀ ਹੈ, ਉਸ ਨੂੰ ਬਾਹਰੋਂ ਕਿਸੇ ਹੋਰ ਤਰੀਕੇ ਦੇ ਨਾਲ ਤੂੰ ਆਤਮਿਕ ਸੁੱਖ ਨਹੀਂ ਮਾਣ ਸਕਦੀ। ਸਮੁੱਚੀ ਪੰਕਤੀ ਦੇ ਅਰਥ ਨੇ, ਸਭ ਕਹਿੰਦੇ ਹੇ ਭੋਲੀਏ, ਹੇ ਮਾਇਆ ਦੇ ਵਿੱਚ ਲੀਨ ਹੋਈ ਜੀਵ ਇਸਤਰੀਏ, ਜੇ ਤੂੰ ਇਹ ਸੋਚਦੀ ਹੈ ਕਿ ਤੈਨੂੰ ਆਤਮਿਕ ਸੁੱਖ ਇਹਨਾਂ ਪਦਾਰਥਾਂ 'ਚੋਂ ਮਿਲੇਗਾ, ਤੂੰ ਆਤਮਿਕ ਤੌਰ 'ਤੇ ਆਨੰਦਿਤ ਰਵੇਂਗੀ, ਤੇ ਤੂੰ ਭੁਲੇਖੇ 'ਚ ਹੈ। ਆਪਣੀ ਜੀਵਨ ਦੇ ਵਿੱਚ ਜ਼ਰੂਰ ਝਾਤੀ ਮਾਰ ਕੇ ਵੇਖ ਕਿ ਅੱਜ ਤੱਕ ਇਹ ਪਦਾਰਥ ਤੈਨੂੰ ਸੁੱਖ ਦੇ ਸਕੇ ਨੇ। ਹਾਂ, ਦੁਨਿਆਵੀ ਸੁੱਖ ਸਹੂਲਤਾਂ ਜ਼ਰੂਰ ਤੇਰੀ ਜ਼ਿੰਦਗੀ 'ਚ ਹੋਣਗੀਆਂ, ਪਰ ਆਤਮਿਕ ਤੌਰ 'ਤੇ ਉਤਨੀ ਹੀ ਤੂੰ ਦੁਖੀ ਹੈ, ਕਿਉਂਕਿ ਆਤਮਾ ਹਰ ਵਕਤ ਈਰਖਾ ਨਫ਼ਰਤ ਵਿੱਚ ਘੁੰਮ ਰਹੀ ਹੈ। ਆਤਮਾ ਦੇ ਉੱਤੇ ਨਿਤ ਅਸਰ ਕ੍ਰੋਧ ਦਾ ਹੈ, ਨਿਤ ਵਿਕਾਰਾਂ ਦਾ ਹੈ, ਤੇ ਆਤਮਿਕ ਤੌਰ 'ਤੇ ਦੁਖੀ ਆ, ਜਿਹਨੂੰ ਢਹਿੰਦੀ ਕਲਾ ਵਿੱਚ ਕਹਿਣੇ ਜਾਣਾ। ਤੋ ਜੇ ਤੂੰ ਚੜ੍ਹਦੀ ਕਲਾ ਵਿੱਚ ਜਾਣਾ ਚਾਹੁੰਦੀ ਹੈ, ਆਤਮਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੁੰਦੀ ਹੈ, ਤੇ ਫਿਰ ਤੈਨੂੰ ਆਪਣੇ ਅੰਦਰ ਪ੍ਰਮਾਤਮਾ ਦੇ ਗੁਣ ਧਾਰਨ ਕਰਨੇ ਪੈਣਗੇ। ਤੈਨੂੰ ਆਪਣੇ ਅੰਦਰ ਸੰਤੋਖ, ਸਬਰ, ਹਲੀਮੀ ਲਿਆਉਣੀ ਪਵੇਗੀ, ਕਿਉਂਕਿ ਇਸੇ ਹੀ ਤਰੀਕੇ ਦੇ ਨਾਲ ਆਤਮਿਕ ਸੁੱਖ ਮਾਣਿਆ ਜਾ ਸਕਦਾ ਹੈ। ਪਿਰ ਰਲੀਆਂ ਰਸ ਮਾਣ ਸੀ, ਸਾਚ ਸ਼ਬਦ ਸੁਖ ਨੇ। ਪਿਰ ਰਲੀਆਂ, ਰਾੜੇ ਥੱਲੇ ਔਂਕੜ ਹੈ, ਪਿਰ ਪੱਪੇ ਨੂੰ ਸਿਆਰੀ, ਰਾੜੇ ਥੱਲੇ ਔਂਕੜ, ਇੱਕ ਵਚਨ ਦਾ ਫਸਟ ਪਰਸਨ ਦਾ ਸੂਚਕ ਹੈ, ਜੋ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਤਾਂ ਹੀ ਥੱਲੇ ਔਂਕੜ ਲਾ ਕੇ ਇਹ ਗੱਲ ਸਮਝਾਈ ਹੈ ਕਿ ਇਹ ਸ਼ਬਦ ਰਿਜ਼ਰਵ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਵਾਸਤੇ। ਰਲੀਆਂ ਦਾ ਅਰਥ ਹੈ ਸੁੱਖ, ਪਤੀ ਮਿਲਾਪ ਦਾ ਸੁੱਖ, ਪਤੀ ਮਿਲਾਪ ਦਾ ਆਨੰਦ। ਰਸ ਸੱਸੇ ਨੂੰ ਸਿਹਾਰੀ ਹੈ, ਭਾਵ ਆਨੰਦ ਦੇ ਨਾਲ। ਨੇਹ ਫਿਰ ਹਾਹੇ ਨੂੰ ਸਿਹਾਰੀ ਹੈ, ਪਿਆਰ ਦੇ ਵਿੱਚ। ਸਮੁੱਚੀ ਪੰਕਤੀ ਦੇ ਅਰਥ ਨੇ, ਸਾਹਿਬ ਕਹਿੰਦੇ ਆਤਮਿਕ ਸੁੱਖ ਉਸੇ ਨੂੰ ਹੀ ਮਿਲਦਾ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਆਪਣੇ ਆਪ ਨੂੰ ਲੀਨ ਕਰਦੇ ਹਨ, ਭਾਵ ਜੋ ਪ੍ਰਮਾਤਮਾ ਦੇ ਨਾਲ ਆਪਣੇ ਜੀਵਨ ਦੇ ਸਫ਼ਰ ਦੀ ਸਾਂਝ ਪਾਉਂਦੇ ਹਨ, ਜੋ ਆਪਣੇ ਜੀਵਨ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਹੋਂਦ ਨੂੰ ਸਮਝਦਿਆਂ ਹੋਇਆਂ ਆਪਣੇ ਵਿੱਚੋਂ ਹਉਮੈ ਨੂੰ ਖਤਮ ਕਰਕੇ ਸਤਿਗੁਰ ਦੀ ਮੱਤ ਦੇ ਰਾਹੀਂ, ਗੁਰੂ ਜੀ ਦੀ ਸ਼ਬਦ ਦੇ ਰਾਹੀਂ, ਗੁਰੂ ਜੀ ਦੇ ਗਿਆਨ ਦੇ ਰਾਹੀਂ ਆਪਣੇ ਵਿੱਚੋਂ ਅਗਿਆਨਤਾ ਦਾ ਅੰਧੇਰਾ ਖਤਮ ਕਰਦੇ ਹਨ। ਪਿਰ ਰਲੀਆਂ ਰਸ ਮਾਣਸੀ, ਸਾਚ ਸ਼ਬਦ ਸੁਖ ਨੇ। ਸਭ ਕਹਿੰਦੇ ਹੇ ਜੀਵ ਇਸਤਰੀਏ, ਆਤਮਿਕ ਸੁੱਖ ਤੈਨੂੰ ਤਾਂ ਹੀ ਮਿਲੇਗਾ ਜੇ ਤੂੰ ਸਦੀਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਲੀਨ ਰਵੇਂਗੀ। ਇਹ ਲੀਨ ਰਹਿਣ ਦੀ ਜਿਹੜੀ ਟੈਕਨੀਕ ਆ, ਇਹ ਜਿਹੜੀ ਜੁਗਤੀ ਹੈ, ਉਹ ਕਿੱਥੋਂ ਮਿਲਣੀ ਹੈ? ਸਾਚ ਸ਼ਬਦ ਸੁਖ ਨੇ। ਸਤਿਗੁਰੂ ਕੇ ਸੱਚੇ ਸ਼ਬਦ ਗੁਰਬਾਣੀ ਦੇ ਵਿੱਚ ਜੁੜਿਆ ਹੀ, ਗੁਰੂ ਤੋਂ ਮੱਤ ਲਿਆ ਹੀ ਇਹ ਪ੍ਰੇਮ ਮਿਲਣਾ ਹੈ, ਤੇ ਤੇਰਾ ਜੀਵਨ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਮਸਤ ਰਿਹਾ ਜਾ ਸਕਦਾ ਹੈ, ਤੇ ਤੈਨੂੰ ਪ੍ਰਮਾਤਮਾ ਦੇ ਮਿਲਾਪ ਦਾ ਆਤਮਿਕ ਸੁੱਖ ਤੇ ਆਨੰਦ ਸਦੀਵੀ ਮਿਲ ਸਕਦਾ ਹੈ। ਸੋ ਇਹ ਰਹਾਉ ਦੀਆਂ ਪੰਕਤੀਆਂ ਨੇ। ਸਾਹਿਬ ਕਹਿੰਦੇ ਜੇ ਤੂੰ ਸੁੱਖ ਚਾਹੁੰਦੀ ਹੈ, ਆਤਮਿਕ ਤੌਰ 'ਤੇ ਸੁੱਖ ਚਾਹੁੰਦੀ ਹੈ, ਤੇ ਸਾਹਿਬ ਕਹਿੰਦੇ ਗੱਲ ਮੰਨ, ਸ਼ਬਦ ਨਾਲ ਸਾਂਝ ਪਾ, ਗੁਰਬਾਣੀ ਦੀ ਵਿਚਾਰ ਨਾਲ ਸਾਂਝ ਪਾ, ਗੁਰਮਤਿ ਨਾਲ ਜੁੜ, ਇਹ ਸਦੀਵੀ ਸੁੱਖ ਤੇਰੇ ਜੀਵਨ ਵਿੱਚ ਆ ਜਾਵੇਗਾ। ਸੋ ਹੁਣ ਇਸੇ ਹੀ ਪੰਕਤੀਆਂ ਨੂੰ, ਰਹਾਉ ਦੀਆਂ ਪੰਕਤੀਆਂ ਨੂੰ ਹੋਰ ਡਿਟੇਲ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਬਾਕੀ ਜਿਹੜੇ 8 ਬੰਦ ਨੇ, ਇੱਕ ਬੰਦ ਰਹਾਉ ਦਾ ਹੈ, ਬਾਕੀ ਜਿਹੜੇ 8 ਬੰਦ ਨੇ ਉਹ ਇਸੇ ਚੀਜ਼ ਨੂੰ ਡਿਫਾਈਨ ਕਰਨ ਦੇ ਵਿੱਚ ਸਮਝਾਏ ਨੇ ਕਿ ਕਿਵੇਂ ਪਤੀ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਇਹ ਜੀਵ ਇਸਤਰੀ ਜੁੜ ਕੇ ਸੁੱਖ ਮਾਣ ਸਕਦੀ ਹੈ, ਤੇ ਕੀ ਕਾਰਨ ਹੈ ਜਿਹਦੇ ਕਰਕੇ ਇਹ ਦੁਖੀ ਹੈ, ਪਰੇਸ਼ਾਨ ਹੈ। ਤੋਂ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਸ਼੍ਰੀ ਰਾਗ ਮਹੱਲਾ ਪਹਿਲਾ। ਹੁਣ ਬੜਾ ਸੱਚਾ ਬੋਲ ਹੈ। ਸਭ ਕਹਿੰਦੇ ਮਨ ਝੂਠਾ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮਨ ਨੰਨੇ ਨੂੰ ਸਿਹਾਰੀ ਹੈ, ਭਾਵ ਮਨ ਦੇ ਰਾਹੀਂ। ਝੂਠਾ ਦਾ ਅਰਥ ਹੈ ਝੂਠ ਦੇ ਰਾਹੀਂ। ਮਨ ਝੂਠਾ ਹੈ, ਕਹਿੰਦੇ ਝੂਠੇ ਮਨ ਦੇ ਰਾਹੀਂ, ਜਿਹਦੇ ਵਿੱਚ ਵਿਕਾਰ ਨੇ,
नफरत है, गल की मैला मन है। तन झूठा, तन झूठ है। तन नंदे नूं सिहारी है, शरीर दे विच भी झूठ दा अर्थ है मैल है, जिहदे नाल जिहवा झूठी होए। ਜਦੋਂ ਮਨ ਵਿੱਚ ਮੈਲਾ ਹੈ, ਤਨ ਮੈਲਾ ਹੈ, ਤੇ ਜਿੱਥੋਂ ਜੀਭ ਤੋਂ ਬੋਲ ਨਿਕਲਣੇ ਨੇ ਉਹ ਵੀ ਝੂਠੀ ਹੈ, ਉਹ ਵੀ ਮੈਲੀ ਹੈ। ਸਮੁੱਚੀ ਪੰਕਤੀ ਦੇ ਅਰਥ ਨੇ, ਹੇ ਜੀਵ, ਤੂੰ ਆਪਣੇ ਮਨ ਦੇ ਵਿਕਾਰਾਂ ਦੇ ਮਨ ਦੇ ਵਿੱਚ ਵਿਕਾਰਾਂ ਦੀ ਝੂਠ ਪਾ ਕੇ ਬੈਠਾ ਹੈ। ਹਰ ਵਕਤ ਤੇਰਾ ਮਨ ਵਿਕਾਰਾਂ ਦੀ ਦਲਦਲ ਦੇ ਵਿੱਚ ਰਹਿ ਰਿਹਾ ਹੈ, ਜਿਹਦੇ ਨਾਲ ਇਹ ਮਨ ਝੂਠਾ ਹੋਇਆ ਪਿਆ ਹੈ। ਇਸ ਮਨ ਦੇ ਝੂਠੇ ਹੋਣ ਦੇ ਨਾਲ ਕੀ ਹੋਇਆ ਹੈ, ਤੇਰੇ ਗਿਆਨ ਇੰਦਰੇ, ਤੇਰੇ ਕਰਮ ਇੰਦਰੇ ਵੀ ਵਿਕਾਰਾਂ ਵੱਲ ਦੌੜ ਰਹੇ ਨੇ। ਹੁਣ ਮਨ ਚਾਹੁੰਦਾ ਹੈ ਮੈਂ ਅੱਖਾਂ ਤੋਂ ਪਰਾਏ ਰੂਪ ਨੂੰ ਵੇਖਾਂ। ਮਨ ਚਾਹੁੰਦਾ ਹੈ ਕਿ ਮੇਰੇ ਅਹੰਕਾਰ ਨੂੰ ਕੋਈ ਆ ਕੇ ਸਜਦਾ ਕਰੇ। ਹੁਣ ਇਹ ਚੱਕਰ ਦੇ ਵਿੱਚ ਗਿਆਨ ਇੰਦਰੇ, ਕਰਮ ਇੰਦਰੇ ਲੱਗੇ ਨੇ। ਅੱਖਾਂ ਕੀ ਕਰ ਰਹੀਆਂ ਨੇ, ਮਨ ਵਾਸਤੇ ਗੰਦਗੀ ਇਕੱਤਰ ਕਰ ਰਹੀਆਂ ਨੇ। ਕੰਨ ਗੰਦਗੀ ਇਹਦੇ ਨਾਲ ਵਾਸਤੇ ਸੁਣ ਰਹੇ ਨੇ। ਇਹ ਸਾਰੀ ਖੁਰਾਕ ਮਨ ਦੀ ਹੈ। ਤੋ ਸਾਹਿਬ ਕਹਿੰਦੇ ਜਦੋਂ ਮਨ ਝੂਠਾ ਹੋਵੇਗਾ ਨਾ, ਤਨ ਵੀ ਝੂਠਾ ਹੋਵੇਗਾ। ਤੇ ਜਦੋਂ ਤਨ ਵਿੱਚ ਝੂਠ ਹੋਵੇਗੀ, ਤਨ ਮੈਲਾ ਹੋਵੇਗਾ, ਤੇ ਜੀਭ ਵੀ ਮੈਲੀ ਹੈ। ਜਿੱਥੋਂ ਵਿਕਾਰੀ ਬੋਲ ਨਿਕਲਦੇ ਨੇ, ਮਨੁੱਖ ਮੂੰਹ ਤੋਂ ਗੰਦਾ ਬੋਲਦਾ ਹੈ। ਗੱਲ ਕੀ ਉਹੀ ਮਨੁੱਖ ਦਾ ਸੁਭਾਅ ਬਣ ਜਾਂਦਾ ਹੈ। ਗੰਦਾ ਬੋਲਣਾ, ਗੰਦਾ ਕਰਨਾ, ਹਰ ਵਕਤ ਮੈਲੇ ਵਿਚਾਰ ਉਹਦੇ ਅੰਦਰ ਨਿਤ ਪ੍ਰਤੀ ਦਿਨ ਜੰਮਦੇ ਰਹਿੰਦੇ ਨੇ, ਤੇ ਉਹ ਨਿਤ ਪ੍ਰਤੀ ਉਹਨਾਂ ਵਿਚਾਰਾਂ ਨੂੰ ਵਿਕਾਰਾਂ ਦੇ ਰਾਹੀਂ ਪਾਲਦਾ ਰਹਿੰਦਾ ਹੈ। ਇੱਕ ਦਿਨ ਉਹਦਾ ਐਸਾ ਸੁਭਾਅ ਬਣ ਜਾਂਦਾ ਹੈ, ਹੁੰਦੀ ਉਹਦੀ ਮਨੁੱਖਤਾ ਦੀ ਦੇਹ ਹੈ, ਪਰ ਉਹਦੀਆਂ ਬਿਰਤੀਆਂ ਰਾਖਸ਼ਾਂ ਵਰਗੀਆਂ ਬਣ ਜਾਂਦੀਆਂ ਨੇ। ਉਹਦੇ ਅੰਦਰ ਦੀ ਬਿਰਤੀ ਜਾਨਵਰਾਂ ਵਰਗੀ ਬਣ ਜਾਂਦੀ ਹੈ। ਇਸੇ ਕਰਕੇ ਅੱਜ ਜਿਤਨੇ ਬਲਾਤਕਾਰ ਹੋ ਰਹੇ ਨੇ, ਜਿਤਨਾ ਅੱਜ ਨਸ਼ਾ ਹੈ, ਕੌਣ ਲੈ ਰਿਹਾ ਹੈ? ਜਿਨ੍ਹਾਂ ਦੇ ਮਨ ਵਿਕਾਰੀ ਹੋ ਚੁੱਕੇ ਨੇ। ਇਤਨੀਆਂ ਲੜਾਈ ਝਗੜੇ ਕਿਉਂ ਨੇ? ਮਨ ਦੇ ਵਿਕਾਰਾਂ ਦੀ ਨਿਸ਼ਾਨੀ ਹੈ। ਮੇਰੇ ਭਰਾ ਤੋਂ ਮੈਂ ਖੁਸ਼ ਨਹੀਂ, ਉਹ ਤਰੱਕੀ ਕਰ ਰਿਹਾ ਹੈ, ਮੇਰੇ ਅੰਦਰ ਮੈਲ ਹੈ ਕਿ ਮੈਂ ਉਹ ਕੰਮ ਨੂੰ ਵਿਗਾੜ ਦੇਵਾਂ। ਤਮਾਮ ਐਸੇ ਅਵਗੁਣ ਨੇ ਜੋ ਸਾਡੇ ਜੀਵਨ ਵਿੱਚ ਨਿਤ ਪ੍ਰਤੀ ਦਿਨ ਘਰ ਕਰ ਰਹੇ ਨੇ, ਜਿਹਦੇ ਨਾਲ ਸਾਡਾ ਅੰਗ ਅੰਗ ਝੂਠਾ ਹੋ ਗਿਆ ਹੈ। ਤੋ ਸਾਹਿਬ ਕਹਿੰਦੇ ਉਹਦੇ ਨਾਲ ਅਵਸਥਾ ਕੀ ਬਣੀ? ਧਿਆਨ ਦੇਣਾ, ਬੜੇ ਪਿਆਰੇ ਬਚਨ ਨੇ। ਸਾਹਿਬ ਕਹਿੰਦੇ ਜਦੋਂ ਤਨ ਝੂਠਾ ਹੈ, ਮਨ ਝੂਠਾ ਹੈ, ਜੀਭ ਝੂਠੀ ਹੈ, ਹੁਣ ਸੁਭਾਅ ਕੀ ਬਣਿਆ? ਮੁਖ ਝੂਠਾ ਹੈ। ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ। ਕਹਿੰਦਾ ਜ਼ਾਹਿਰਾ ਜੀ ਗੱਲ ਹੈ, ਜਦੋਂ ਮਨ ਮੈਲਾ ਹੈ, ਸਭ ਕੁਝ ਅੰਦਰ ਮੈਲ ਚੱਲ ਰਹੀ ਹੈ, ਤਾਂ ਕਿਤਨਾ ਆਸ ਕਰ ਸਕਦੇ ਹਾਂ ਕਿ ਮਨੁੱਖ ਮੂੰਹ ਤੋਂ ਸੱਚ ਬੋਲੇਗਾ। ਕਹਿੰਦੇ ਉਹ ਮੁੱਖ ਤੋਂ ਹਮੇਸ਼ਾ ਝੂਠ ਹੀ ਬੋਲੇਗਾ, ਕਿਉਂਕਿ ਉਹਦੇ ਮੁੱਖ ਦੇ ਵਿੱਚ ਝੂਠ ਹੈ। ਉਹ ਝੂਠਾ ਜੀਵਨ ਜੀਵੇਗਾ, ਝੂਠ ਬੋਲੇਗਾ। ਤੇ ਸਤਿਗੁਰੂ ਦੱਸ ਦਿਓ ਕਿ ਵੀ ਹੋਰ ਕਿਸੇ ਕਰਮ ਦੇ ਨਾਲ ਕਿਵੇਂ ਸੁੱਕਾ ਸੁੱਚਾ ਹੋ ਜਾਵੇਗਾ। ਬਾਹਰ ਦੇ ਕਰਮ ਕਾਂਡ ਤੇ ਪਖੰਡਾਂ ਦੇ ਨਾਲ ਕਿਵੇਂ ਸੁੱਚਾ ਹੋ ਜਾਵੇਗਾ, ਜਦੋਂ ਸਭ ਕੁਝ ਹੀ ਅੰਦਰ ਝੂਠ ਪਈ ਹੈ, ਅੰਦਰ ਮੈਲ ਪਈ ਹੈ। ਇਹ ਬਾਹਰ ਦੇ ਧਾਰਮਿਕ ਕਰਮ ਇਹਨੂੰ ਸੁੱਚਾ ਨਹੀਂ ਕਰ ਪਾਉਣਗੇ, ਕਿਉਂਕਿ ਅੰਦਰ ਇਹਦੇ ਬਹੁਤ ਜ਼ਿਆਦਾ ਗੰਦਗੀ ਭਰੀ ਪਈ ਹੈ, ਜਿਹਦੇ ਨਾਲ ਇਹਦਾ ਝੂਠ ਬੋਲਣ ਦਾ ਸੁਭਾਅ ਬਣ ਗਿਆ। ਖਿਆਲ ਕਰਨਾ, ਕਈ ਵਾਰੀ ਮਨੁੱਖ ਸੁੱਤੇ ਚਿੱਤ ਝੂਠ ਬੋਲ ਦਿੰਦਾ ਹੈ, ਉਹਦਾ ਸੁਭਾਅ ਬਣ ਚੁੱਕਿਆ ਹੁੰਦਾ ਹੈ, ਤੇ ਇੰਨਾ ਵਧੀਆ ਝੂਠ ਬੋਲਦਾ ਹੈ ਕਿ ਅਸੀਂ ਉਹ 'ਤੇ ਯਕੀਨ ਕਰਨ ਲੱਗ ਪੈਂਦੇ ਹਾਂ। ਕਿਉਂਕਿ ਦੁਨੀਆ ਦੀ ਇਹ ਫਿਤਰਤ ਐਸੀ ਹੈ, ਤਮਾਮ ਦੁਨੀਆ ਦੇ ਵਿੱਚ ਬੇਈਮਾਨੀ ਚੱਲ ਰਹੀ ਹੈ, ਧੋਖਾ ਚੱਲਦਾ ਹੈ। ਝੂਠ ਬੋਲਣ ਵਾਲਾ ਰਾਜ ਕਰ ਰਿਹਾ ਹੈ, ਸੱਚ ਬੋਲਣ ਵਾਲਾ ਸਲਾਖਾਂ ਦੇ ਪਿੱਛੇ ਹੈ, ਕਿਉਂਕਿ ਝੂਠ ਹੀ ਦੁਨੀਆ ਨੂੰ ਚੰਗਾ ਲੱਗਦਾ ਹੈ। ਕੌਣ ਕਿਸੇ ਦੇ ਮੂੰਹ ਦੇ ਉੱਤੇ ਜਾ ਕੇ ਕਹਿੰਦਾ ਹੈ ਭਾਈ ਤੇਰੇ ਅਵਗੁਣ ਨੇ? ਪਿੱਠ ਪਿੱਛੇ ਤੇ ਅਵਗੁਣਾਂ ਦੀ ਗੱਲ ਕੀਤੀ ਜਾਂਦੀ ਹੈ। ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਮੂੰਹ ਤੇ ਕਿਸੇ ਨੂੰ ਕਹਿ ਦੇਵੇ ਭਾਈ ਤੂੰ ਆਪਣਾ ਸੁਭਾਅ ਬਦਲ ਲਾ। ਸਗੋਂ ਉਹਦੇ ਝੂਠ ਨੂੰ ਸਲਾਮੀ ਦਿੱਤੀ ਜਾਂਦੀ ਹੈ, ਉਹਦੇ ਝੂਠ ਨੂੰ ਵਧਾਇਆ ਜਾਂਦਾ ਹੈ, ਜਿਹਦੇ ਨਾਲ ਉਹਦੇ ਅੰਦਰ ਝੂਠ ਦਾ ਸੁਭਾਅ ਬਣਨ ਲੱਗ ਪੈਂਦਾ ਹੈ। ਮੁੱਖ ਝੂਠਾ ਹੈ, ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ। ਸਾਹਿਬ ਕਹਿੰਦੇ ਜਦੋਂ ਮੂੰਹ ਦੇ ਵਿੱਚ ਹੀ ਝੂਠ ਹੈ, ਜੀਭ ਦੇ ਵਿੱਚ ਵੀ ਝੂਠ ਹੈ, ਝੂਠ ਹੀ ਬੋਲ ਰਿਹਾ ਹੈ, ਫਿਰ ਭਾਈ ਮੈਨੂੰ ਦੱਸ ਕਿ ਬਾਹਰ ਦਾ ਤੇਰਾ ਨਹਾਉਣਾ, ਬਾਹਰ ਦੇ ਤੇਰੇ ਧਰਮੀ ਕਰਮ ਕਾਂਡ ਕਰਨੇ, ਇਹ ਤੈਨੂੰ ਕਿਵੇਂ ਸੁੱਚਾ ਕਰ ਦੇਣਗੇ। ਅਗਲੀਆਂ ਪੰਕਤੀਆਂ ਨੇ,
बिन अब शब्द न मांजिए, साचे ते सच होए। बिन नन्ने ਨੂੰ ਸਿਹਾਰੀ ਹੈ। ਅਬ ਦਾ ਅਰਥ ਹੈ ਪਾਣੀ। ਅੰਬ ਸ਼ਬਦ ਵੀ ਆਉਂਦਾ ਹੈ, ਸੰਸਕ੍ਰਿਤ ਦਾ ਸ਼ਬਦ ਹੈ ਅੰਬ, ਅਬ। ਅਬ ਦਾ ਅਰਥ ਹੁਣ ਨਹੀਂਗਾ, ਇਹ ਭੱਬਾ ਵਾ, ਐੜਾ ਤੇ ਭੱਬਾ, ਇਹਦੇ ਅਰਥ ਨੇ ਪਾਣੀ। ਸ਼ਬਦ ਨਾ ਮਾਂਜੀ ਹੈ, ਸਾਚੇ ਤੇ ਸੱਚ ਹੋਏ। ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਰੂਪੀ ਜਲ ਤੋਂ ਬਿਨਾਂ, ਧਿਆਨ ਦੇਣਾ, ਬੜੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਜੀ ਕਲੀਅਰ ਕਰ ਰਹੇ ਨੇ। ਆ ਜਿਹੜੀਆਂ ਅੱਜ ਲੜਾਈਆਂ ਜਲ ਦੀਆਂ, ਪਾਣੀ ਦੀਆਂ, ਸਰੋਵਰ ਦੀਆਂ ਪਈਆਂ ਹੋਈਆਂ ਨੇ, ਇਸ ਸ਼ਬਦ ਵਿੱਚ ਤਮਾਮ ਮਸਲਾ ਹੱਲ ਕਰ ਦਿੱਤਾ ਸਾਹਿਬ ਨੇ। ਸਾਹਿਬ ਕਹਿੰਦੇ ਮੇਰੇ ਵਾਸਤੇ ਜਿਹੜਾ ਅਬ ਆ, ਜਿਹੜਾ ਜਲ ਆ, ਉਹ ਕੀ ਹੈ? ਗੁਰੂ ਦਾ ਸ਼ਬਦ। ਬਿਨ ਅਬ ਸ਼ਬਦ ਨਾ ਮਾਂਜੀ ਹੈ। ਗੁਰੂ ਦੇ ਸ਼ਬਦ ਦੇ ਜਲ ਤੋਂ ਬਿਨਾਂ ਮਨ ਮਾਂਜਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਮੈਂ ਤੀਰਥਾਂ ਤੇ ਕੰਢਿਆਂ ਦੇ ਉੱਪਰ ਦੋ ਲੋਕਾਂ ਨੂੰ ਦੌੜਦਿਆਂ ਦੇਖਦਾ, ਤੀਰਥ ਜਾਓ ਤੋਂ ਹੋਂ ਹੋਂ ਕਰਤੇ, ਕਹਿੰਦੇ ਉੱਥੇ ਵੀ ਹੰਕਾਰ ਹੀ ਹੈ। ਸਗੋਂ ਐਸਾ ਹੋ ਰਿਹਾ ਹੈ, ਗਏ ਸੀ ਆਪਣੀ ਮੈਲ ਲਾਉਣ, ਸਗੋਂ ਦੂਣੀ ਮੈਲ ਹੋਰ ਚੜਾ ਲਿਆਏ ਨੇ। ਕਿਉਂਕਿ ਜਿੱਥੋਂ ਮਾਂਜਣਾ ਹੈ ਮਨ ਨੂੰ, ਉਹਨੂੰ ਤੇ ਮਾਂਜਿਆ ਹੀ ਨਹੀਂ। ਕਦੀ ਗੁਰੂ ਸ਼ਬਦ ਦੇ ਨਾਲ ਵੀ ਮਨ ਮਾਂਜਿਆ ਸੀ, ਗਾ ਜ਼ਰੂਰ ਰਹੇ ਹਾਂ, ਕਿੰਨਾ ਸੋਹਣਾ ਕੀਰਤਨ ਸੁਣ ਰਹੇ ਹਾਂ, ਕਥਾ ਦੀਆਂ ਬਾਤਾਂ ਚੱਲ ਰਹੀਆਂ ਨੇ, ਪਰ ਮਨ ਉਨਾ ਹੀ ਮੈਲ ਹੈ, ਮਨ ਵਿੱਚ ਉਨੇ ਹੀ ਵਿਵਚਾਰ ਨੇ। ਸਾਹਿਬ ਕਹਿੰਦੇ ਇਹ ਗੱਲ ਪੱਕੇ ਤਰੀਕੇ ਨਾਲ ਕੰਨ ਕਰਕੇ ਸੁਣ ਲਾ, ਬਿਨ ਅਬ ਸ਼ਬਦ ਨਾ ਮਾਂਜੀ ਹੈ। ਗੁਰੂ ਸ਼ਬਦ ਰੂਪੀ ਜਲ ਤੋਂ ਬਿਨਾਂ ਮਨ ਨੂੰ ਮਾਂਜਿਆ ਜਾ ਹੀ ਨਹੀਂ ਸਕਦਾ। ਸਾਚੇ ਤੇ ਸੱਚ ਹੋਏ, ਤੇ ਇਹ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਲ ਹੀ, ਉਹਦੀ ਸਾਂਝ ਪਾ ਕੇ ਹੀ, ਉਹਨੂੰ ਜੀਵਨ ਵਿੱਚ ਵਸਾਇਆ ਹੀ ਇਹ ਸੱਚ ਮਿਲਦਾ ਹੈ, ਇਹ ਪ੍ਰੇਮ ਮਿਲਦਾ ਹੈ, ਤਾਂ ਕਿ ਇਹ ਮਨ ਨਿਰਮਲ ਹੋ ਜਾਵੇ। ਗੁਰੂ ਦੇ ਸ਼ਬਦ ਦੇ ਨਾਲ ਹੀ ਮਨ ਨੂੰ ਧੋਤਾ ਜਾ ਸਕਦਾ ਹੈ। ਮੁੰਦੇ ਗੁਣਹੀਣੀ ਸੁਖ ਕੇ, ਹੇ ਭੋਲੀ ਜੀਵ ਇਸਤਰੀਏ, ਜੇ ਤੇਰੇ ਵਿੱਚ ਕੋਈ ਗੁਣ ਹੀ ਨਹੀਂ, ਜੇ ਪ੍ਰਮਾਤਮਾ ਨੂੰ ਭਰਮਾਉਣ ਦਾ, ਉਹਨੂੰ ਆਪਣੇ ਵੱਲ ਲੈ ਕੇ ਆਉਣ ਦਾ ਕੋਈ ਗੁਣ ਹੀ ਨਹੀਂ, ਤੂੰ ਕਿਵੇਂ ਉਹਨੂੰ ਆਪਣੇ ਉੱਤੇ ਪ੍ਰਸੰਨ ਕਰੇਂਗੀ, ਕਿਵੇਂ ਆਪਣੇ ਉੱਤੇ ਪ੍ਰਸੰਨ ਕਰੇਂਗੀ, ਕਿਵੇਂ ਤੂੰ ਉਹਨੂੰ ਪ੍ਰਵਾਨ ਹੋਵੇਂਗੀ? ਕਿਉਂਕਿ ਇਹ ਬਾਹਰ ਦੇ ਕਰਮ ਕਾਂਡਾਂ ਦੇ ਨਾਲ ਆਤਮਿਕ ਸੁੱਖ ਨਹੀਂ ਮਿਲਣਾ। ਫਿਰ ਰਲੀਆਂ ਰਸ ਮਾਣ ਸੀ, ਸਾਚ ਸ਼ਬਦ ਸੁਖ ਨੇ। ਹਾਂ, ਪ੍ਰਮਾਤਮਾ ਨੂੰ ਤੂੰ ਆਪਣੇ ਉੱਤੇ ਪ੍ਰਸੰਨ ਕਰ ਸਕਦੀ ਆ ਜੇ ਤੂੰ ਗੁਰੂ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਸਮਝਾਵੇਂ ਤੇ ਗੁਰੂ ਸ਼ਬਦ ਨਾਲ ਆਪਣੇ ਮਨ ਨੂੰ ਧੋਵੇਂ। ਕਿਉਂਕਿ ਸੱਚੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਹੀ ਇਹ ਮਨ ਨਿਰਮਲ ਹੋ ਸਕਦਾ ਹੈ ਤੇ ਪ੍ਰਮਾਤਮਾ ਦੀ ਯਾਦ ਵਿੱਚ, ਪ੍ਰਮਾਤਮਾ ਦੀ ਸਮਝ ਵਿੱਚ ਇਹ ਮਨ ਜੁੜ ਸਕਦਾ ਹੈ ਤੇ ਪ੍ਰਮਾਤਮਾ ਪਤੀ ਨਾਲ ਮਿਲਾਪ ਹੋ ਸਕਦਾ ਹੈ। ਇੱਥੇ ਤੱਕ ਪਹਿਲਾ ਬੰਦ ਤੇ ਰਹਾਉ ਦਾ ਬੰਦ ਸੀ। ਹੁਣ ਅੱਗੇ ਦੂਸਰਾ ਬੰਦ ਹੈ ਪਾਵਨ ਸ਼ਬਦ ਦਾ। ਪਿਰ ਪਰਦੇਸੀ ਜੇਥੀ ਹੈ, ਧਨ ਵਾਂਡੀ ਝੂਰੇ। ਹੁਣ ਧਨ ਸ਼ਬਦ ਇੱਥੇ ਆਇਆ ਹੈ। ਇੱਥੇ ਧਨ ਵਾਸਤੇ ਨਹੀਂ ਹੈ ਤੇ ਨਾ ਹੀ ਧਨਤਾ ਵਾਸਤੇ ਹੈ। ਇੱਥੇ ਧਨ ਸੰਬੋਧਨ ਹੈ ਜੀਵ ਇਸਤਰੀ ਵਾਸਤੇ, ਪਤਨੀ ਵਾਸਤੇ। ਵਾਂਡੀ ਦਾ ਅਰਥ ਹੈ ਪਰਦੇਸਣ, ਵਿਛੜੀ ਹੋਈ। ਸਾਹਿਬ ਜੀ ਕਹਿੰਦੇ, ਹੇ ਜੀਵ ਇਸਤਰੀਏ, ਤੇਰੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਯਾਦ ਹੀ ਨਹੀਂ ਹੈ। ਤੂੰ ਜਿਸ ਦੇਸ਼ ਦੇ ਵਿੱਚ ਰਹਿ ਰਹੀ ਆ ਨਾ, ਤੂੰ ਇਸ ਦੇਸ਼ ਵਿੱਚ ਰਹਿ ਕੇ ਆਪਣੇ ਹਿਰਦੇ ਚੋਂ ਪਤੀ ਪ੍ਰਮਾਤਮਾ ਨੂੰ ਵਿਛੋੜ ਦਿੱਤਾ ਹੈ। ਭਾਵ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚੋਂ ਕੱਢ ਦਿੱਤਾ ਹੈ ਤੇ ਤੇਰੇ ਹਿਰਦੇ ਰੂਪੀ ਦੇਸ਼ ਦੇ ਵਿੱਚ ਤਾਂ ਹੁਣ ਕੇਵਲ ਵਿਕਾਰ ਵਸਦੇ ਨੇ, ਲੋਭ ਵਸਦਾ ਹੈ, ਲਾਲਚ ਵਸਦਾ ਹੈ। ਤੇਰੇ ਹਿਰਦੇ ਵਿੱਚ ਸਿਵਾਏ ਮੈਲ ਤੋਂ ਹੋਰ ਕੁਝ ਨਜ਼ਰ ਨਹੀਂ ਆਉਂਦਾ, ਜਿਹਦੇ ਕਰਕੇ ਤੂੰ ਪਤੀ ਤੋਂ ਵਿਛੜੀ ਹੋਈ ਆ, ਜਿਹਦੇ ਕਰਕੇ ਤੂੰ ਨਿਤ ਝੂਰਦੀ ਹੈ, ਤੂੰ ਨਿਤ ਪਰੇਸ਼ਾਨ ਰਹਿੰਦੀ ਹੈ, ਤੇਰੇ ਅੰਦਰ ਚਿੰਤਾਵਾਂ ਵੜੀਆਂ ਰਹਿੰਦੀਆਂ ਨੇ ਤੇ ਨਿਤ ਇਹ ਚਿੰਤਾ ਤੈਨੂੰ ਖਾ ਰਹੀ ਹੈ, ਕਿਉਂਕਿ ਅੰਦਰ ਮੈਲ ਹੈ। ਅੰਦਰ ਤੂੰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਇਸ ਦੇਸ਼ ਦੇ ਵਿੱਚ ਵਿਕਾਰਾਂ ਨੂੰ ਸਮਾ ਲਿਆ ਹੈ। ਚਾਹੀਦਾ ਤੇ ਸੀ ਇਸ ਹਿਰਦੇ ਰੂਪੀ ਦੇਸ਼ ਦੇ ਵਿੱਚ ਪ੍ਰਮਾਤਮਾ ਨਿਰੰਕਾਰ ਵਸਦਾ,
पर इत्थे काम वसदा है, क्रोध वसदा है। तो सब कहते ज्यों जल थोड़ा माछुली करन पलाव करे। कहते जिवें थोड़े पानी दे विच मच्छी तड़फदी आ ना, कहते तेवें ही तू तरले लै रही है, मिन्नतां कर रही है। फिर भाव है सुख पाई है जां आपे नदर करे। तू अरदास कर, मिन्नत कर परमात्मा दे चरनां च कि परमात्मा तेरे उत्ते त्रुट पवे। अपने जीवन नूं सच नाल जोड़न दी कोशिश कर। समझ गुरबाणी तैनूं की कह रही है। अपने अंदरों असी आप विकार धोने ने। एक गल चेते रखियो, साडे कपड़े साडी माँ, साडी पत्नी जां होर कोई धो सकदा है, पर मन नूं कोई दुनिया की ताकत नहीं दूजा धो सकदा। मन नूं सानूं आप धोना पवेगा। कोई दुनिया दे पाठ पूजावां जिहड़ियां असीं बाहरी तौर ते करा रहे हां, ਇਹਦੇ ਨਾਲ नहीं ਧੁੱਪਣਾ जब तक ਅਸੀਂ आप ਬਾਣੀ ਦੀ ਵਿਚਾਰ ਆਪਣੇ ਮਨ ਨੂੰ नहीं ਸੁਣਾਉਂਦੇ, आप ਉਹਦੇ ਮੁਤਾਬਕ नहीं ਤੁਰਦੇ। ਅੱਜ ਸੱਚ ਜਾਣਿਓ, ਪਹਿਲਾਂ ਇੱਕ ਪੜਾਵ ਸੀ ਜਿੱਥੇ ਕਿਹਾ ਜਾਂਦਾ ਸੀ ਬਾਣੀ ਦਾ ਪ੍ਰਚਾਰ ਨਹੀਂ ਹੈ। ਅੱਜ ਤੇ ਬਹੁਤ ਪ੍ਰਚਾਰ ਹੈ, ਅੱਜ ਤੇ ਬਹੁਤ ਪ੍ਰਚਾਰ ਹੈ। ਸੁਣਾਇਆ ਵੀ ਜਾ ਰਿਹਾ ਹੈ, ਵਿਚਾਰਿਆ ਵੀ ਜਾ ਰਿਹਾ ਹੈ, ਪਰ ਗੱਲ ਇੱਥੇ ਹੈ ਮੰਨਿਆ ਨਹੀਂ ਜਾ ਰਿਹਾ, ਜਿਹਦੇ ਕਰਕੇ ਮਨ ਤੋਂ ਮੈਲ ਲੱਥਦੀ ਨਹੀਂ ਪਈ। मन उन्ना ही मैला है। जब तक मन तो विकारां दी मैल नहीं ना लथदी, जीवन अगे नहीं तुरेगा। फिर सलाही सब कहते जे तू परमात्मा रूपी पति नूं अपने जीवन विच वसाउणा चाहुंदी है, जे तू सुख मानना चाहुंदी है, फिर भावै सुख पाई है जां आपे नदर करे। वो परमात्मा तेरे उत्ते तरस खा लवे, तू उहनूं भा जावे, ਉਹਦੀ ਮਿਹਰ ਦੀ ਨਜ਼ਰ ਹੋ ਜਾਵੇ ਤੇ ਜੀਵਨ ਸੁਖੀ ਹੋ ਸਕਦਾ ਹੈ। ਪਰ ਉਸ ਤੋਂ ਪਹਿਲਾਂ ਤੈਨੂੰ ਆਪਣੇ ਆਪ ਨੂੰ ਤਰਾਸ਼ਣਾ ਪਵੇਗਾ, ਗੁਰੂ ਦੇ ਹੁਕਮ ਤੇ ਜੀਵਨ ਨੂੰ ਚਲਾਉਣਾ ਪਵੇਗਾ। ਇੱਥੇ ਤੱਕ ਦੂਸਰਾ ਬੰਦ ਸੀ। ਤੀਸਰਾ ਬੰਦ ਹੈ ਪਾਵਨ ਸ਼ਬਦ ਦਾ। ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ। परमात्मा की सिफत सलाह जे तू करना चाहनी है तो अपना सखी सहेली नाल, हे जीव स्त्रीए, जे तू गुरबाणी दे नाल जुड़ियां होइयां, गुरमत दी विचार गुरु शब्द विच खुबियां होइयां, गुरमुख प्यारियां सखियां सहेलियां दे नाल मिल के बवें, भाव सत संगत विच बवें ते अपने परमात्मा वाहिगुरु रूपी पति दी सिफत सलाह सुने ते उहदे मुताबिक जीवन नूं ढाले, तां कुछ प्राप्ति हो सकती है। तन सो है मन मोहिया रत्ती रंग निहाल। फिर तेरे तन दे विच, तेरे मन दे विच परमात्मा दा प्रेम वस सकदा है। तेरा तन परमात्मा दे हुक्म नूं मन सकदा है। तेरा तन तेरा मन गुरु शब्द दे राही अपने जीवन नूं सच दे रस्ते ते तोर सकदा है। तां रत्ती रंग निहाल, तां तू परमात्मा दे सच रूपी रंग दे विच रंगी जा सकदी है ते तू निहाल हो सकदी है। तेरा जीवन निर्मल हो सकता है। शब्द सवारी सोहणी पेरा वै गुण नाल। ध्यान देना, हर एक पंक्ति विच बार बार शब्द सवारन की गल चल रही है। सतगुरु कहते इक्को एक तरीका है अपने मन नूं निर्मल करन दा, वो शब्द है, गुरबाणी दी विचार है। गुरबाणी ते उपर तुरना है, गुरबाणी नूं अपने जीवन विच वसाउणा है, फॉलो करना है, गुरमत दा धारनी होना है। क्योंकि शब्द सवारी सोहणी गुरु जी दे शब्द की बरकत नाल ही ये जीवन संवारिया जा सकता है, शिंगारिया जा सकता है। फिर रावै गुण नाल, ते नाल वसदा सोहना परमात्मा हर वक्त हाज़र नाज़र नज़र आ सकता है जदों तू उहदे गुणां नूं गुरु शब्द दे राही अपने अंदर वसा लवे। तां ही ये जीवन परमात्मा पति दे प्यार दे विच जुड़ सकता है। अगलियां पंक्तियां ने चौथा बंद है।
ਕਾਮਣ ਕਾਮ ਨ ਆਵਈ ਖੋਟੀ ਅਵਗੁਣਿਆਰ। ਕਾਮਣ ਦਾ ਅਰਥ ਹੈ ਇਸਤਰੀ, ਕਾਮ ਨਾ ਆਵਈ ਕਿਸੇ ਕੰਮ ਨਹੀਂ ਆਉਂਦੀ, ਕਿਸੇ ਕੰਮ ਵਿੱਚ ਉਹ ਸਫਲ ਨਹੀਂ ਹੁੰਦੀ। ਖੋਟੀ ਅਵਗੁਣਿਆਰ, ਜਿਹਦੇ ਵਿੱਚ ਅਵਗੁਣ ਨੇ ਤੇ ਜਿਹਦੀ ਮੱਤ ਖੋਟੀ ਹੈ। ਬੜੇ ਸਾਫ਼ ਸ਼ਬਦ ਕਹਿ ਰਹੇ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਉਹ ਜੀਵ ਇਸਤਰੀ ਕਦੀ ਵੀ ਪ੍ਰਮਾਤਮਾ ਦੇ ਘਰ ਦੀ ਸ਼ਿੰਗਾਰ ਨਹੀਂ ਬਣ ਸਕਦੀ। ਕਾਮਣ ਕਾਮ ਨ ਆਵਈ ਖੋਟੀ ਅਵਗੁਣਿਆਰ, ਜਿਹਦੀ ਮੱਤ ਖੋਟੀ ਹੈ ਤੇ ਜਿਹੜੀ ਅਵਗੁਣਾਂ ਦੇ ਨਾਲ ਭਰੀ ਹੋਈ ਹੈ। ਹੁਣ ਜੀਵਨ 'ਚ ਆਪਾਂ ਝਾਤੀ ਮਾਰਨੀ ਹੈ। ਇਹ ਗੁਰਬਾਣੀ ਪਤਾ ਕੀ ਹੈ? ਇਹ ਆਪਣਾ ਵਿਸ਼ਾ ਹੈ, ਆਪਣੇ ਆਪ ਦਾ ਵਿਸ਼ਾ ਹੈ, ਦੂਜੇ ਦਾ ਨਹੀਂ। ਗੁਰਬਾਣੀ ਦੂਜੇ ਨੂੰ ਸਮਝਾਉਣ ਵਾਸਤੇ ਨਹੀਂ ਹੈ, ਆਪ ਸਵਾਰੇ ਵਾਸਤੇ ਹੈ। ਪਰ ਅੱਜ ਤਰਾਸਦੀ ਹੈ, ਦੂਜੇ ਨੂੰ ਸੁਣਾਇਆ ਜਾ ਰਿਹਾ ਹੈ, ਦੂਜੇ ਨੂੰ ਕਿਹਾ ਜਾ ਰਿਹਾ ਹੈ, ਦੂਜੇ ਨੂੰ ਦੱਸਿਆ ਜਾ ਰਿਹਾ ਹੈ, ਆਪ ਨਹੀਂ ਤੁਰਿਆ ਜਾ ਰਿਹਾ। ਇਸੇ ਕਰਕੇ ਕਹਾਣੀ ਵਿਗੜੀ ਪਈ ਹੈ। ਅਸੀਂ ਉਹ ਜੀਵ ਇਸਤਰੀਆਂ ਹਾਂ ਜਿਹੜੀਆਂ ਦੂਜੇ ਨੂੰ ਤੇ ਮੱਤਾਂ ਦਿੰਦੀਆਂ ਨੇ, ਪਰ ਆਪਣੀ ਮੱਤ ਖੋਟੀ ਹੈ। ਆਪ ਨਾ ਵਸੀ ਸਹੁਰੇ ਲੋਕਾਂ ਮੱਤੀ ਦੇ। ਆਪ ਤੇ ਕੋਈ ਗੁਰਮਤ ਦਾ ਜੀਵਨ ਨਜ਼ਰ ਨਹੀਂ ਆ ਰਿਹਾ, ਲੋਕਾਂ ਨੂੰ ਕਹਾਣੀਆਂ ਗੁਰਮਤ ਦੀਆਂ ਪਾ ਰਹੀ ਹੈ। ਕਾਮਣ ਕਾਮ ਨ ਆਵਈ ਖੋਟੀ ਅਵਗੁਣਿਆਰ। ਸਾਹਿਬ ਕਹਿੰਦੇ ਉਹ ਜੀਵ ਇਸਤਰੀਆਂ ਉਹ ਕੰਮ ਕਦੀ ਨਹੀਂ ਆਉਂਦੀਆਂ ਨਿਰੰਕਾਰ ਦੇ ਘਰ ਦੇ ਵਿੱਚ, ਜਿਨ੍ਹਾਂ ਦੀ ਮੱਤ ਖੋਟੀ ਹੈ ਤੇ ਜਿਹੜੀਆਂ ਅਵਗੁਣਾਂ ਦੇ ਨਾਲ ਭਰੀਆਂ ਪਈਆਂ ਨੇ। ਉਹਨਾਂ ਨੇ ਆਪਣਾ ਜੀਵਨ ਵਿਅਰਥ ਵਿਕਾਰਾਂ ਵਿੱਚ ਗਵਾ ਲਿਆ। ਨਾ ਸੁਖ ਪਈ ਐ ਸਹੁਰੈ ਝੂਠ ਜਲੀ ਵੇਕਾਰ। ਐਸੀਆਂ ਜੀਵ ਇਸਤਰੀਆਂ ਨਾ ਪਤੀ ਪ੍ਰਮਾਤਮਾ ਦੇ ਘਰ ਦੇ ਵਿੱਚ ਸੁੱਖ ਪਾਉਂਦੀਆਂ ਨੇ, ਨਾ ਉਹ ਸਹੁਰੇ ਘਰ ਵਿੱਚ ਇੱਜ਼ਤ ਮਾਣ ਪਾਉਂਦੀਆਂ ਨੇ। ਉਹਨਾਂ ਦਾ ਝੂਠ ਉਹਨਾਂ ਨੂੰ ਨਿਤ ਤਪਾਉਂਦਾ ਹੈ। ਝੂਠ ਰੂਪੀ ਵਿਕਾਰ ਉਹਨਾਂ ਦੀ ਆਤਮਾ ਨੂੰ ਸਾੜਦਾ ਹੈ। ਉਹਨਾਂ ਦਾ ਮਨ ਨਿਤ ਵਿਕਾਰਾਂ ਵਿੱਚ ਮੈਲਾ ਰਹਿੰਦਾ ਹੈ। ਆਪਣੇ ਜੀਵਨ ਵਿੱਚ ਝਾਤੀ ਮਾਰੀਏ ਵੀ ਅਸੀਂ ਕਿੰਨਾ ਝੂਠ ਬੋਲਦੇ ਹਾਂ, ਤੇ ਜਦੋਂ ਇਸ ਝੂਠ ਦਾ ਪਰਦਾ ਉੱਠਣ ਲੱਗਦਾ ਨਾ, ਸਾਨੂੰ ਫਿਰ ਬੜਾ ਡਰ ਲੱਗਦਾ ਹੈ। ਅਸੀਂ ਉਦੋਂ ਹੀ ਮਿੰਨਤਾਂ ਕਰਦੇ ਹਾਂ, ਹੇ ਰੱਬ ਜੀ ਇਹ ਝੂਠ ਬੋਲਿਆ ਰਹਿ ਜਾਵੇ, ਮੇਰੀ ਪੱਤ ਰਹਿ ਜਾਵੇ। ਪਰ ਜਦੋਂ ਝੂਠ ਬੋਲਦੇ ਹਾਂ ਬੇਸ਼ਰਮ ਹੋ ਕੇ ਬੋਲਦੇ ਹਾਂ, ਜਦੋਂ ਅਵਗੁਣ ਕਮਾਉਂਦੇ ਹਾਂ ਬੇਸ਼ਰਮ ਹੋ ਕੇ ਕਮਾਉਂਦੇ ਹਾਂ। ਝੂਠ ਨੇ ਇੱਕ ਦਿਨ ਅੱਜ ਨਹੀਂ ਤੇ ਕੱਲ ਖੁੱਲ ਜਾਵੇ, ਕਿਉਂਕਿ ਝੂਠ ਇੱਕ ਰੇਤ ਦੀ ਕੰਧ ਹੈ, ਅੱਜ ਟੁੱਟ ਜਾਵੇ ਕੱਲ ਟੁੱਟ ਜਾਵੇ। ਸੱਚ ਸਦੀਵੀ ਹੈ, ਸੱਚ ਖਰਵਾ ਜ਼ਰੂਰ ਹੈ ਪਰ ਸੱਚ ਸਦੀਵੀ ਹੈ। ਸੱਚ ਕੌੜਾ ਇਸੇ ਕਰਕੇ ਹੈ ਕਿਉਂਕਿ ਸੱਚ ਨੇ ਮਰਨਾ ਨਹੀਂ ਹੈ, ਸੱਚ ਨੇ ਮਿਟਣਾ ਨਹੀਂ ਹੈ। ਝੂਠ ਮਿੱਠਾ ਹੈ ਕਿਉਂਕਿ ਝੂਠ ਅੱਜ ਹੈ ਕੱਲ ਨਹੀਂ ਹੋਵੇਗਾ। ਗੁਰਮਤ ਦਾ ਧਾਰਨੀ, ਗੁਰੂ ਦੀ ਮੱਤ ਤੇ ਚੱਲਣ ਵਾਲਾ ਗੁਰੂ ਸਿੱਖ ਸੱਚ ਦਾ ਪਾਂਧੀ ਬਣਦਾ ਹੈ, ਸੱਚ ਦੇ ਰਸਤੇ ਨੂੰ ਚੁਣਦਾ ਹੈ, ਝੂਠ ਨੂੰ ਨਹੀਂ। ਇਸੇ ਕਰਕੇ ਗੁਰਮੁਖ ਨੂੰ ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਹੈ, ਕਿਉਂਕਿ ਉਹਨੂੰ ਇਹ ਹੈ ਹੀ ਨਹੀਂ ਕੱਲ ਨੂੰ ਇਹ ਪਾ ਜੁਗੜੇਗਾ। ਉਹ ਕਹਿੰਦਾ ਕੱਲ ਨੂੰ ਕਿ ਉਗੜਨਾ, ਅੱਜ ਉਗੜ ਜਾਵੇ, ਕਿਉਂਕਿ ਹੈ ਹੀ ਜੀਵਨ ਸੱਚਾ ਹੈ। ਕਿਸੇ ਤੋਂ ਲੁਕਾਉਣ ਦੀ ਲੋੜ ਨਹੀਂ। ਗੁਰਮੁਖ ਦਾ ਜੀਵਨ ਇੱਕ ਖੁੱਲੀ ਕਿਤਾਬ ਹੈ, ਮਨਮੁਖ ਦਾ ਜੀਵਨ ਇੱਕ ਬੰਦ ਕਿਤਾਬ ਹੈ। ਉਹਨੂੰ ਲੁਕਾਇਆ ਜਾ ਰਿਹਾ ਹੈ, ਛੁਪਾਇਆ ਜਾ ਰਿਹਾ ਹੈ। ਬਾਹਰ ਦੇ ਧਾਰਮਿਕ ਕਰਮ ਕਾਂਡਾਂ ਤੇ ਪਖੰਡਾਂ ਦਾ ਨਕਾਬ ਓੜ ਕੇ ਅੰਦਰ ਬੇਈਮਾਨੀ ਨੂੰ ਕਮਾਇਆ ਜਾ ਰਿਹਾ ਹੈ, ਜਿਹੜੀ ਅੱਜ ਨਹੀਂ ਤੇ ਕੱਲ ਨਿਕਲ ਜਾਵੇਗੀ। ਤੋ ਸਾਹਿਬ ਕਹਿੰਦੇ ਦਰਅਸਲ ਜਿਹੜਾ ਮਨੁੱਖ ਝੂਠ ਬੋਲ ਕੇ ਆਪਣੇ ਜੀਵਨ ਨੂੰ ਤੋੜ ਰਿਹਾ ਹੈ ਨਾ, ਕਿਸੇ ਨੂੰ ਕਹਿਣ ਦੀ ਗੱਲ ਨਹੀਂ। ਜਿਹੜਾ ਝੂਠ ਬੋਲਦਾ ਹੈ ਉਹ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਹੈ। ਜਿਹੜਾ ਮਨੁੱਖ ਬੁਰੇ ਰਸਤੇ ਤੇ ਤੁਰ ਪਿਆ ਹੈ, ਕਿਸੇ ਨੂੰ ਸਜ਼ਾ ਦੇਣ ਦੀ ਉਹਨੂੰ ਲੋੜ ਨਹੀਂ, ਉਹਨੂੰ ਆਪਣੇ ਆਪ ਹੀ ਉਹਨੂੰ ਅਵਗੁਣਾਂ ਦੀ ਸਜ਼ਾ ਮਿਲ ਰਹੀ ਹੈ, ਕਿਉਂਕਿ ਉਹਦਾ ਮਨ ਨਿਤ ਸੜ ਰਿਹਾ ਹੈ। ਨਿਤ ਈਰਖਾ ਨਫ਼ਰਤ ਵਿੱਚ ਰਹਿ ਕੇ ਉਹ ਆਤਮਿਕ ਤੌਰ ਤੇ ਦੁੱਖ ਭੋਗ ਰਿਹਾ ਹੈ। ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ। ਆਵਣ ਦਾ ਅਰਥ ਆ ਜਨਮ ਲੈਣਾ, ਡਾਖੜੋ ਦਾ ਅਰਥ ਆ ਮਰਨਾ। ਆਵਣ ਵੰਜਣ, ਆਵਣ ਦਾ ਅਰਥ ਆ ਜਨਮ ਲੈਣਾ, ਵੰਜਣ ਦਾ ਅਰਥ ਆ ਮਰਨਾ। ਡਾਖੜੋ ਦਾ ਅਰਥ ਆ ਔਖਾ, ਦੁਖਦਾਈ। ਡਾਖੜੋ ਦੁਖਦਾਈ। ਸਾਹਿਬ ਕਹਿੰਦੇ ਜਿਸ ਮਨੁੱਖ ਦੇ ਜੀਵਨ ਵਿੱਚ ਝੂਠ ਆ ਨਾ,
ਉਹਦਾ ਜਨਮ ਨਿੱਤ ਹੁੰਦਾ ਹੈ, ਨਿੱਤ ਉਹ ਮਰਦਾ ਹੈ, ਅਤੇ ਇਸੇ ਹੀ ਜੀਵਨ ਵਿੱਚ ਉਹ ਔਖਾ ਗੇੜ ਉਹਦੇ ਜੀਵਨ ਦਾ ਬਣਿਆ ਰਹਿੰਦਾ ਹੈ, ਕਿਉਂਕਿ ਉਸਨੇ ਕੰਤ ਵਿਸਾਰ ਛੋਡੀ, ਕੰਤ ਵਿਸਾਰ, ਕਿਉਂਕਿ ਉਸਨੇ ਆਪਣੇ ਜੀਵਨ ਵਿੱਚੋਂ ਕੰਤ ਪ੍ਰਮਾਤਮਾ ਪਤੀ ਨੂੰ ਵਿਸਾਰ ਦਿੱਤਾ ਹੈ। ਫਿਰ ਕੀ ਨਾਰ ਸੁਹਾਵਣੀ, ਮੁੱਤੀ ਸੋ ਕਿਤ ਸਾਧ। ਫਿਰ ਕੀ ਨਾਰ ਪ੍ਰਮਾਤਮਾ ਰੂਪੀ ਪਤੀ ਦੀ ਸੋਹਣੀ ਜੀਵ ਇਸਤਰੀ। ਸੁਹਾਵਣੀ ਦਾ ਅਰਥ ਹੈ ਸੋਹਣੀ। ਮੁੱਤੀ, ਮੁੱਤੀ ਦਾ ਅਰਥ ਹੈ ਛੱਡ ਗਈ, ਛੁੱਟੜ ਕੀਤੀ ਗਈ। ਕਿਤ ਸਾਧ, ਕਿਸ ਸਵਾਦ ਦੇ ਕਾਰਨ। ਸਭ ਕਹਿੰਦੇ ਪਰ ਉਹ ਪਤੂ, ਉਹ ਨਿਰੰਕਾਰ ਪਤੀ ਪ੍ਰਭੂ ਪ੍ਰਮਾਤਮਾ ਦੀ ਜਿਹੜੀ ਸੋਹਣੀ ਨਾਰ ਸੀ ਨਾ, ਜਿਹੜੀ ਇਹ ਜੀਵ ਇਸਤਰੀ ਰੂਪੀ ਪਤਨੀ ਸੀ, ਸਭ ਕਹਿੰਦੇ ਕਿੰਨਾ ਸਵਾਦਾਂ ਵਿੱਚ ਫਸ ਗਈ, ਜਿਹਦੇ ਕਰਕੇ ਇਹਦਾ ਜੀਵਨ ਵਿਅਰਥ ਹੋ ਗਿਆ। ਇਹ ਸਵਾਦਾਂ ਦੇ ਵਿੱਚ, ਜੀਵਾਂ ਦੀਆਂ ਰਸਾਂ ਦੇ ਵਿੱਚ, ਇਹਨਾਂ ਵਿਕਾਰਾਂ ਵਿੱਚ ਐਸੀ ਮਸਤ ਹੋਈ, ਹੈ ਤੇ ਸੀ ਪ੍ਰਮਾਤਮਾ ਦੀ ਜੀਵ ਇਸਤਰੀ, ਹੈ ਤੇ ਸੀ ਪ੍ਰਮਾਤਮਾ ਦੀ ਔਰਤ, ਪਰ ਇਹਨੇ ਆਪਣੇ ਜੀਵਨ ਨੂੰ ਵਿਕਾਰਾਂ ਦੀ ਦਲਦਲ ਵਿੱਚ ਐਸਾ ਧਸਿਆ ਕਿ ਇਹਦੀ ਜੀਭ ਸਵਾਦਾਂ ਦੇ ਗੇੜ ਵਿੱਚ ਐਸੀ ਗਿੜੀ ਕਿ ਵਿਕਾਰ ਹੀ ਵਿਕਾਰ ਜੀਵਨ ਵਿੱਚ ਆ ਗਏ, ਪ੍ਰਮਾਤਮਾ ਨੇ ਵੀ ਛੱਡ ਦਿੱਤੀ। ਫਿਰ ਕਹਿ ਕੰਮ ਨਾ ਆਵਈ, ਬੋਲੇ ਫਾਦਲ ਬਾਦ। ਫਾਦਲ ਦਾ ਅਰਥ ਹੁੰਦਾ ਬੇਫਜ਼ੂਲ ਬੋਲਣਾ, ਬਾਦ ਦਾ ਅਰਥ ਹੈ ਦੱਦੇ ਨੂੰ ਸਿਹਾਰੀ ਹੈ, ਵਿਅਰਥ। ਸਭ ਕਹਿੰਦੇ ਫਿਰ ਕਹਿ ਕੰਮ ਨਾ ਆਵੀ, ਐਸੀਆਂ ਜੀਵ ਇਸਤਰੀਆਂ ਪ੍ਰਮਾਤਮਾ ਰੂਪੀ ਪਤੀ ਨੂੰ ਭਾਉਂਦੀਆਂ ਹੀ ਨਹੀਂ, ਪ੍ਰਮਾਤਮਾ ਦੇ ਕੰਮ ਹੀ ਨਹੀਂ ਆਈਆਂ। ਆਵਈ ਬੋਲੇ ਫਾਦਲ ਬਾਦ, ਜਿਹੜੀਆਂ ਬੇਫਜ਼ੂਲ ਦੀਆਂ ਬੋਲ ਵਿਅਰਥ ਬੋਲੀ ਜਾ ਰਹੀਆਂ ਨੇ, ਮੂਰਖਤਾ ਦੇ ਬੋਲ ਬੋਲਦੀਆਂ ਨੇ, ਬਾਹਰੋਂ ਤੇ ਪ੍ਰਮਾਤਮਾ ਦੀਆਂ ਕਹਾਣੀਆਂ ਪੇਸ਼ ਕਰਦੀਆਂ ਨੇ, ਪਰ ਅੰਦਰ ਉਹ ਪ੍ਰਮਾਤਮਾ ਦੇ ਮਿਲਾਪ ਤੋਂ ਸਖਣੀਆਂ ਨੇ, ਅੰਦਰ ਉਹਨਾਂ ਦਾ ਕੋਈ ਮਨ ਪ੍ਰਮਾਤਮਾ ਨਾਲ ਨਹੀਂ ਜੁੜਿਆ। ਬਹੁਤ ਨੇ ਐਸੇ ਜਿਹੜੇ ਪਖੰਡੀ ਨੇ, ਬਾਹਰੋਂ ਤੇ ਰੱਬ ਦੀਆਂ ਬਾਤਾਂ ਕਰਨ ਵਾਲੇ ਨੇ, ਅੰਦਰ ਰੱਬ ਦੀ ਗੱਲ ਕੋਈ ਨਜ਼ਰ ਨਹੀਂ ਆਉਂਦੀ। ਦਰ ਕਰ ਢੋਈ ਨਾ ਲਹੈ, ਛੁੱਟੀ ਦੂਜੈ ਸਾਧ। ਦਰ ਰਾਰੇ ਨੂੰ ਸਿਹਾਰੀ ਹੈ ਪ੍ਰਮਾਤਮਾ ਦੇ ਦਰ ਤੇ, ਪ੍ਰਮਾਤਮਾ ਦੇ ਘਰ ਦੇ ਵਿੱਚ। ਢੋਈ ਨਾ ਲਹੈ, ਕੋਈ ਆਸਰਾ, ਕੋਈ ਸਹਾਰਾ ਉਹਨੂੰ ਨਹੀਂ ਮਿਲਦਾ। ਛੁੱਟੀ ਦੂਜੈ ਸਾਧ, ਕਿਉਂਕਿ ਉਹ ਵਿਕਾਰਾਂ ਦੇ ਰਾਹੀਂ, ਮਾਇਆਕ ਪਦਾਰਥਾਂ ਦੇ ਰਾਹੀਂ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਿਹੜੀ ਜੁਲਸਦੀ ਪਈ ਹੈ, ਜਿਨ੍ਹਾਂ ਵਿਕਾਰਾਂ ਦੇ ਕਰਕੇ ਦੂਸਰੇ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਪ੍ਰਮਾਤਮਾ ਨੇ ਛੱਡ ਦਿੱਤੀ ਹੈ, ਉਹਨੂੰ ਆਪਣੇ ਤੋਂ ਤੋੜ ਦਿੱਤਾ ਹੈ, ਤੇ ਉਹ ਆਪਣਾ ਜੀਵਨ ਵਿਕਾਰਾਂ ਵਿੱਚ ਬਸਰ ਕਰ ਰਹੀ ਹੈ। ਬੜਾ ਪਿਆਰਾ 5 ਨੰਬਰ ਬੰਦ ਤੱਕ ਜੀਵ ਇਸਤਰੀਆਂ ਦੀ ਗੱਲ ਸਮਝਾਉਂਦੇ ਸਮਝਾਉਂਦੇ ਪਾਤਸ਼ਾਹ ਜੀ ਸਾਡੇ ਵਰਗੇ ਆਪਣੇ ਆਪ ਨੂੰ ਵਿਦਵਾਨ ਅਖਾਉਣ ਵਾਲਿਆਂ ਦੀ ਵੀ ਗੱਲ ਕਰ ਤੁਰੇ ਨੇ, ਕਿਉਂਕਿ ਇਹੀ ਬਹੁਤੀਆਂ ਗੱਲਾਂ ਰੱਬ ਦੀਆਂ ਕਰਦੇ ਆ ਨਾ। ਸਤਿਗੁਰੂ ਜੀ ਨੇ ਸਾਡੀ ਵੀ ਗੱਲ ਕਰ ਦਿੱਤੀ। ਜਿਹੜੇ ਬੜੇ ਝੋਟੀ ਦੇ ਆਪਣੇ ਆਪ ਨੂੰ ਕਥਾਕਾਰ ਕਹਿੰਦੇ ਨੇ, ਜਿਹੜੇ ਬੜੇ ਵੱਡੇ ਵੱਡੇ ਧਰਮੀ ਹੋਣ ਦਾ ਦਾਅਵਾ ਕਰਦੇ ਨੇ, ਜਿਹੜੇ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਹੀ ਸਭ ਤੋਂ ਵੱਡੇ ਰੱਬ ਹਾਂ, ਸਭ ਕਹਿੰਦੇ ਆਓ ਤੁਹਾਡੀ ਵੀ ਗੱਲ ਕਰ ਲਈਏ। ਪੰਡਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ। ਵਾਹ ਜੀ ਵਾਹ। ਸਭ ਕਹਿੰਦੇ ਬੜੇ ਵੱਡੇ ਵੱਡੇ ਸਿਆਣੇ ਧਾਰਮਿਕ ਵਿਦਵਾਨ, ਪੰਡਤ ਦਾ ਅਰਥ ਹੈ ਵਿਦਵਾਨ, ਸਮਝਦਾਰ, ਸਿਆਣੇ। ਵਾਚੈ ਪੋਥੀਆਂ, ਪੋਥੀ ਦੀਆਂ ਕਹਾਣੀਆਂ, ਧਾਰਮਿਕ ਗ੍ਰੰਥਾਂ ਦੀਆਂ ਵਿਚਾਰਾਂ ਕਰ ਕਰਕੇ, ਡੂੰਘਾਈ ਦੇ ਵਿੱਚ ਉਹਦੇ ਅਰਥ ਕਰ ਕਰਕੇ, ਭਾਵ ਅਰਥਾਂ ਦੇ ਵਿੱਚ ਲੋਕਾਂ ਨੂੰ ਸੁਣਾਉਂਦੇ ਨੇ, ਲੋਕਾਂ ਨੂੰ ਕਹਾਣੀਆਂ ਸੁਣਾਉਂਦੇ ਨੇ। ਮੇਰੇ ਵਰਗੇ ਕਥਾਕਾਰ ਬੜੀਆਂ ਬਾਹਾਂ ਮਾਰ ਮਾਰ ਕੇ ਗੁਰਮਤਿ ਦੀਆਂ ਗੱਲਾਂ ਦੱਸਦੇ ਨੇ। ਪੰਡਤ ਵਾਚੈ ਪੋਥੀਆਂ, ਪੋਥੀਆਂ ਨੂੰ ਵਾਚ ਵਾਚ ਕੇ ਸਮਝਾਉਂਦੇ ਨੇ, ਨਾ ਬੂਝੈ ਵਿਚਾਰ। ਪਰ ਅਸਲੀ ਹਾਸੋਹੀਣੀ ਇਹ ਹੈ ਕਿ ਉਹਨਾਂ ਪੋਥੀਆਂ ਦੀ ਵਿਚਾਰ ਜਿਹੜੀ ਇਹ ਕਰ ਰਹੇ ਨੇ ਨਾ, ਉਹ ਇਹਨਾਂ ਦੇ ਜੀਵਨ ਵਿੱਚੋਂ ਨਜ਼ਰ ਨਹੀਂ ਆ ਰਹੀ। ਅਨ ਕੋ ਮੱਤੀ ਦੇ ਚਲੇ। ਵਾਹ ਜੀ ਵਾਹ। ਧਰਮ ਧੰਦਾ ਬਣ ਗਿਆ ਹੈ, ਧਰਮ ਦੀ ਵਿਚਾਰ ਵੀ ਧੰਦਾ ਬਣ ਗਿਆ ਹੈ। ਗੁਸਤਾਖੀ ਮਾਫ, ਮੈਂ ਵੀ ਵਿੱਚ ਹੀ ਹਾਂ। ਧਰਮ ਧੰਦਾ ਬਣ ਗਿਆ ਹੈ, ਧਰਮ ਦੀ ਵਿਚਾਰ ਵੀ ਧੰਦਾ ਹੈ। ਧਰਮ ਕੇਵਲ ਧਨ ਕਮਾਉਣ ਦਾ, ਅੰਨ ਕਮਾਉਣ ਦਾ ਜ਼ਰੀਆ ਬਣ ਚੁੱਕਿਆ ਹੈ। ਸਤਿਗੁਰੂ ਕਹਿੰਦੇ ਇਹਨਾਂ ਦਾ ਮਤਲਬ ਸਿਰਫ ਕੀ ਹੈ? ਅੰਨ ਕੋ ਮੱਤੀ ਦੇ ਚਲੇ। ਕੇਵਲ ਹੋਰਨਾਂ ਨੂੰ ਤੇ ਮੱਤਾਂ ਤੇ ਦੇ ਰਹੇ ਨੇ,
ਪਰ ਇਹ ਸਾਰੇ ਦਾ ਸਾਰਾ ਮਾਇਆ ਕਮਾਉਣ ਦਾ ਵਪਾਰ ਤੇ ਧੰਦਾ ਬਣਾ ਲਿਆ। ਅੰਨ ਕੋ ਮੱਤੀ ਦੇ ਚਲੇ, ਦੂਜਿਆਂ ਨੂੰ ਤੇ ਮੱਤਾਂ ਦੇ ਰਹੇ ਨੇ। ਅੰਨ ਦਾ ਅਰਥ ਆ ਦੂਜਿਆਂ ਨੂੰ, ਹੋਰਨਾਂ ਨੂੰ, ਦੂਜਿਆਂ ਨੂੰ ਤੇ ਮੱਤਾਂ ਦੇ ਰਹੇ ਨੇ, ਪਰ ਜੀਵਨ ਆਪਣੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆ ਰਿਹਾ, ਕੋਈ ਖੁਸ਼ਬੂ ਨਜ਼ਰ ਨਹੀਂ ਆ ਰਹੀ। ਅੰਦਰ ਤੇ ਉਨੀ ਚਿੱਕੜ ਭਰਿਆ ਹੈ। ਆਰਟੀਫਿਸ਼ਲ ਗੁਲਾਬ ਹੁੰਦਾ ਨਾ, ਜਿਹਦੇ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ। ਅੱਜ ਗੁਸਤਾਖੀ ਮਾਫ। ਸਾਡਾ ਪ੍ਰਚਾਰਕ ਸ਼੍ਰੇਣੀ ਇੱਥੇ ਹੀ ਆ ਕੇ ਖੜ ਗਈ ਹੈ। ਬੜੀਆਂ ਧਾਰਮਿਕ ਗੱਲਾਂ ਨੇ, ਪਰ ਅੰਦਰ ਖੁਸ਼ਬੂ ਨਹੀਂ ਹੈ, ਗੁਣ ਨਹੀਂ ਹੈ, ਅੰਦਰ ਗੁਰਮਤ ਦੀ ਖੁਸ਼ਬੂ ਨਹੀਂ ਹੈ, ਅੰਦਰ ਤੇ ਮੈਲ ਹੈ। ਵਪਾਰ ਦੇ ਉੱਤੇ ਧਰਮ ਖਲੋਤਾ ਹੈ। ਤੁਸੀਂ ਮੈਨੂੰ ਕਿੰਨੇ ਪੈਸੇ ਦਿਓਗੇ, ਮੈਂ ਤੁਹਾਡੇ ਕੋਲ ਇਕੱਠਾ ਕਰਨ ਆਊਂਗਾ, ਮੈਂ ਤੁਹਾਨੂੰ ਕੀਰਤਨ ਸੁਣਾਊਂਗਾ। ਫਿਰ ਬੜੇ ਤਰੀਕੇ ਨਾਲ ਕਹਿੰਦੇ ਅਸੀਂ ਪ੍ਰੋਫੈਸ਼ਨਲ ਪ੍ਰਚਾਰਕ ਹਾਂ ਜੀ, ਭਾਵ ਅਸੀਂ ਵਪਾਰੀ ਪ੍ਰਚਾਰਕ ਹਾਂ। ਅਸੀਂ ਪ੍ਰਚਾਰਕ ਦਾ ਅਰਥ ਹੀ ਹੈ ਦੂਜਿਆਂ ਨੂੰ ਪ੍ਰਚਾਰ ਕਰਨਾ, ਦੂਜਿਆਂ ਨੂੰ ਚਾਰਨਾ, ਆਪਣਾ ਜੀਵਨ ਤੇ ਤੋਰਨਾ ਕੋਈ ਨਹੀਂ। ਜੀਵਨ ਇੱਥੇ ਹੀ ਖਲੋਤਾ ਹੈ। ਸਭ ਕਹਿੰਦੇ ਅੰਨ ਕੋ ਮੱਤੀ ਦੇ ਚਲੇ, ਦੂਜਿਆਂ ਨੂੰ ਤੇ ਬੜੀਆਂ ਮੱਤਾਂ ਦਿੰਦੇ ਨੇ। ਮਾਇਆ ਕਾ ਵਪਾਰ, ਸਭ ਕਹਿੰਦੇ ਇਹ ਸਾਰਾ ਮਾਇਆ ਦਾ ਧੰਦਾ ਹੈ। ਸਭ ਇਹਨਾਂ ਨੇ ਧੰਦਾ ਬਣਾ ਲਿਆ ਹੈ। ਕਥਨੀ ਝੂਠੀ, ਕਿੰਨੇ ਸਾਫ਼ ਬਚਨ ਨੇ। ਧੰਨ ਮੇਰੇ ਆ ਪਾਤਸ਼ਾਹ, ਸਾਨੂੰ ਤੂੰ ਸਮਝਾਉਣਾ ਹੈ ਆਪਣੇ ਬੱਚਿਆਂ ਵਾਂਗੂ। ਕਈ ਵਾਰੀ ਝਿੜਕਦਾ ਵੀ ਹੈ, ਕਿਤੇ ਸਾਨੂੰ ਮੱਤ ਆ ਜਾਵੇ, ਇਹ ਗੱਲ ਦੀ ਸਮਝ ਆ ਜਾਵੇ ਜੋ ਤੂੰ ਸਾਡੇ ਵਰਗੇ ਵਿਦਵਾਨ ਕਹਿਣ ਵਾਲੇ ਪ੍ਰਚਾਰਕਾਂ ਨੂੰ ਸਮਝਾਉਣਾ ਹੈ। ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਕਿੰਨੀ ਹਕੀਕੀ ਸੱਚ ਜੇ। ਸਭ ਕਹਿੰਦੇ ਗੱਲ ਪਤਾ ਕੀ ਹੈ, ਸਾਰੇ ਸੰਸਾਰ ਨੂੰ ਵੀ ਝੂਠੀ ਕਹਾਣੀਆਂ ਹੀ ਚੰਗੀਆਂ ਲੱਗਦੀਆਂ ਨੇ। ਸਾਰਾ ਜਗਤ ਇਹੀ ਝੂਠ ਫਰੇਬ ਦੀਆਂ ਬਾਤਾਂ ਹੀ ਸੁਣਨਾ ਚਾਹੁੰਦਾ ਹੈ, ਕਿਉਂਕਿ ਗਿਆਨ ਦੀਆਂ ਗੱਲਾਂ ਸਿਰਫ ਝੂਠ ਤੇ ਖਲੋਤੀਆਂ ਨੇ, ਲੋਕਾਂ ਨੂੰ ਖੁਸ਼ ਕਰਨ ਦੀ ਖਲੋਤੀਆਂ ਨੇ। ਅੱਜ ਚੰਗੇ ਗੁਰਦੁਆਰੇ ਬਹੁਤ ਥੋੜੇ ਨੇ ਜਿੱਥੇ ਸੱਚ ਦੀ ਗੱਲ ਕਹਿਣ ਵਾਸਤੇ ਪ੍ਰਚਾਰਕ ਦੇ ਨਾਲ ਪ੍ਰਬੰਧਕ ਖੜ ਜਾਣ ਕਿ ਭਾਈ ਤੈਨੂੰ ਕਥਾਵਾਚਕ ਰੱਖਿਆ ਹੈ, ਜੇ ਤੈਨੂੰ ਪ੍ਰਚਾਰਕ ਰੱਖਿਆ ਹੈ, ਤੂੰ ਇਮਾਨਦਾਰੀ ਦੇ ਨਾਲ ਗੁਰਬਾਣੀ ਦੀ ਗੱਲ ਸੁਣਾ। ਪਰ ਬਹੁਤ ਘੱਟ ਨੇ। ਬਹੁਤਾਤ ਤੇ ਇੱਥੇ ਖਲੋਤੇ ਨੇ ਪ੍ਰਚਾਰਕ ਨੂੰ ਚੰਗੇ ਵਿਚਾਰ ਕਰਨ ਵਾਲੇ, ਸੱਚ ਦੀ ਗੱਲ ਕਹਿਣ ਵਾਲੇ ਨੂੰ ਨਹੀਂ ਗੁਰਦੁਆਰੇ ਸੱਦਣਾ। ਸਾਡੀ ਸੰਗਤ ਗੁੱਸਾ ਮੰਨ ਜਾਂਦੀ ਹੈ ਜੀ, ਸੰਗਤ ਨਾਰਾਜ਼ ਹੋ ਜਾਂਦੀ ਹੈ। ਕੈਸੇ ਬਚਨ ਨੇ, ਕਿਉਂਕਿ ਉਹਨਾਂ ਨੂੰ ਉਹੀ ਕਥਾਕਾਰ ਚੰਗੇ ਲੱਗਦੇ ਨੇ ਜਿਹੜੇ ਝੂਠ ਬੋਲਦੇ ਨੇ, ਜਿਨ੍ਹਾਂ ਦਾ ਜੀਵਨ ਝੂਠਾ ਹੈ। ਸਭ ਕਹਿੰਦੇ ਕਥਨੀ ਝੂਠੀ ਜਗ ਭਵੈ, ਕਰਹਿਣੀ ਸ਼ਬਦ ਸੋ ਸਾਰ। ਸਾਰਾ ਜਗਤ ਹੀ ਝੂਠੀ ਕਥਨੀ ਵਿੱਚ ਹੀ ਭਟਕ ਰਿਹਾ ਹੈ। ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ ਫਰੇਬ ਹੈ ਤੇ ਉਹਨਾਂ ਨੂੰ ਉਹੀ ਗੱਲਾਂ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਉਹਨਾਂ ਦੇ ਝੂਠ ਫਰੇਬ ਤੇ ਟਾਂਚ ਨਾ ਕਰਨ, ਜਿਹੜੇ ਉਹਨਾਂ ਨੂੰ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਇਆਂ ਨੂੰ ਬਾਹਰ ਨਾ ਕੱਢਣ। ਉਹੀ ਗਿਆਨ ਦੀਆਂ ਉਹਨਾਂ ਨੂੰ ਗੱਲਾਂ ਚੰਗੀਆਂ ਲੱਗਦੀਆਂ ਹਨ, ਬਾਹਰ ਦੀਆਂ ਬਾਤਾਂ, ਪ੍ਰਮਾਤਮਾ ਦੀ ਨਹੀਂ। ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਉਹ ਹਿਰਦੇ ਵਿੱਚ ਟਿਕਾਉਂਦੇ ਹੀ ਨਹੀਂ, ਕਿਉਂਕਿ ਇਹੀ ਇੱਕ ਸ਼ਬਦ ਹੈ ਜੋ ਸ੍ਰੇਸ਼ਟ ਜੀਵਨ ਦੇ ਸਕਦਾ ਹੈ, ਉੱਚੀ ਜੀਵਨ ਜੁਗਤੀ ਦੇ ਸਕਦਾ ਹੈ। ਕੇਤੇ ਪੰਡਤ ਜੋਤ ਕੀ, ਬੇਦਾਂ ਕਰੇ ਵਿਚਾਰ। ਸਤਵਾਂ ਬੰਦ ਹੈ। ਜੋਤਕੀ ਦਾ ਅਰਥ ਹੁੰਦਾ ਹੈ ਜੋਤਸ਼ੀ। ਆਪ ਕਰਕੇ ਆਪਾਂ ਜੋਤਸ਼ੀ ਵੇਖਦੇ ਹਾਂ, ਬੜੇ ਵੱਡੇ ਵੱਡੇ ਤੰਤਰ ਮੰਤਰ ਕਰਨ ਵਾਲਿਆਂ ਦੀਆਂ ਦੁਕਾਨਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਵੀ ਚੱਲ ਰਹੀਆਂ ਨੇ। ਤੇ ਤਰਾਸਦੀ ਇਹ ਹੈ ਕਿਤੇ ਤੁਸੀਂ ਦੇਖਣਾ ਕਿ ਜਿਹੜੇ ਅਖਬਾਰ ਗੁਰਦੁਆਰਿਆਂ ਦੇ ਵਿੱਚ ਨਿੱਤ ਆਉਂਦੇ, ਉਹਨਾਂ ਵਿੱਚ ਸਭ ਤੋਂ ਜ਼ਿਆਦੀਆਂ ਐਡਾਂ ਜੋਤਸ਼ੀਆਂ ਦੀਆਂ ਹੁੰਦੀਆਂ। ਕਦੀ ਹੋਰ ਅਖਬਾਰਾਂ 'ਚ ਦੇਖੀਆਂ ਕਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਗੁਰਦੁਆਰਿਆਂ ਦੇ ਵਿੱਚ ਆ ਰਹੇ ਆ ਨਾ, ਜਿਹੜੇ ਗੁਰਦੁਆਰਿਆਂ 'ਚ ਕੋਈ ਮਾਂਹ ਦੀ ਦਾਲ ਚੜ੍ਹਾ ਰਿਹਾ ਹੈ, ਕੋਈ ਤੇਲ ਚੜ੍ਹਾ ਰਿਹਾ ਹੈ, ਕੋਈ ਕੇਲੇ ਚੜ੍ਹਾ ਰਿਹਾ ਹੈ, ਕੋਈ ਵੇਸਣ ਚੜ੍ਹਾ ਰਿਹਾ ਹੈ ਪੀਲੇ ਰੰਗ ਦਾ, ਕੋਈ ਕੁਝ ਚੜ੍ਹਾ ਰਿਹਾ ਹੈ। ਸਤਿਗੁਰੂ ਕਹਿੰਦੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਨਾ, ਇਹ ਉਹਨਾਂ ਜੋਤਸ਼ੀਆਂ ਦੇ ਪਿੱਛੇ ਹੀ ਲੱਗੇ ਨੇ। ਤੇ ਜੋਤਸ਼ੀਆਂ ਨੂੰ ਪਤਾ ਹੈ ਸਾਡਾ ਧੰਦਾ ਗੁਰਦੁਆਰੇ 'ਚੋਂ ਹੀ ਚੱਲਣਾ ਹੈ, ਕਿਉਂਕਿ ਇੱਥੇ ਹੀ ਆ ਕੇ ਅਖਬਾਰਾਂ ਉਹਨਾਂ ਨੇ ਪੜ੍ਹਨੀਆਂ ਨੇ ਤੇ ਕੋਈ ਨਾ ਕੋਈ ਤੇ ਸਾਡੇ ਪਿੱਛੇ ਤੁਰੇਗਾ ਹੀ ਨਾ। ਕੇਤੇ ਪੰਡਤ ਜੋਤ ਕੀ, ਵੇਦਾਂ ਕਰੇ ਵਿਚਾਰ। ਅਨੇਕਾਂ ਹੀ ਪੰਡਤ ਜੋਤਸ਼ੀ ਆਦਿ ਵੇਦਾਂ ਦੀ ਵਿਚਾਰ ਕਰਨ ਵਾਲੇ ਨੇ। ਵਾਦ ਵਿਰੋਧ ਸਲਾਹਣੇ, ਵਾਦੇ ਆਵਣ ਜਾਣ। ਵਾਦ ਦਿਨੋਂ ਸਿਹਾਰੀ ਹੈ, ਝਗੜੇ ਬਹਿਸ ਵਿੱਚ, ਵਾਦ ਵਾਦੇ ਵਿੱਚ।
ਸਾਹਿਬ ਕਹਿੰਦੇ ਆਪੋ ਆਪਣੇ ਮਤ ਭੇਦ ਉਹਨਾਂ ਵਿੱਚ ਪਏ ਹੋਏ ਨੇ। ਅੱਜ ਸਾਡੀ ਗੱਲ ਹੈ, ਹਕੀਕੀ ਸੱਚ ਹੈ, ਸ਼ਬਦ ਤੋਂ ਟੁੱਟ ਗਏ ਆ, ਗੁਰੂ ਸ਼ਬਦ ਤੋਂ ਜੀਵਨ ਨੂੰ ਤੋੜ ਲਿਆ ਏ। ਅਨਮਤੀ ਗ੍ਰੰਥਾਂ ਦੀਆਂ ਕਹਾਣੀਆਂ ਸਾਖੀਆਂ ਸੁਣਾ ਕੇ ਇੱਕ ਦੂਸਰੇ ਨਾਲ ਵਾਦ ਵਿਵਾਦ ਵਿੱਚ ਪਏ। ਆਪੋ ਆਪਣੇ ਮਤ ਭੇਦ ਹੋਣ ਕਾਰਨ ਚਰਚਾ ਤੇ ਕਰਦੇ ਹਨ, ਵਿਦਵਤਾ ਭਰਪੂਰ ਚਰਚਾ ਕਰਦੇ ਹਨ, ਵਾਹ ਵਾਹ ਵੀ ਅਖਵਾਉਂਦੇ ਹਨ, ਪਰ ਨਿਰੇ ਇਸ ਮਤ ਭੇਦ ਵਿੱਚ ਰਹਿ ਕੇ ਹੀ ਸਤਿਗੁਰੂ ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿਅਰਥ ਜਾ ਰਹੀ ਹੈ। ਬਿਨ ਗੁਰ ਕਰਮ ਨ ਛੂਟ ਸੀ, ਕਹਿ ਸੁਨਾਕ ਵਖਾਣ। ਬਿਨ ਗੁਰ, ਸਤਿਗੁਰੂ ਦੀ ਮਤ ਤੋਂ ਬਿਨਾ, ਗੁਰੂ ਜੀ ਦੇ ਗਿਆਨ ਤੋਂ ਬਿਨਾ, ਗੁਰੂ ਜੀ ਦੇ ਹੁਕਮ ਵਿੱਚ ਤੁਰਨ ਤੋਂ ਬਿਨਾ ਕਰਮ ਨਾ ਛੁੱਟ ਸੀ। ਇਹ ਮੈਲੇ ਕਰਮ ਨਹੀਂ ਜੀਵਨ ਵਿੱਚੋਂ ਛੁਟਕਾਰਾ ਪਾ ਸਕਦੇ। ਕਹਿ ਸੁਨਾਕ ਵਖਾਣ, ਭਾਵੇਂ ਤੂੰ ਨਿਰੀਆਂ ਗੱਲਾਂ ਕਹਿ ਕੇ ਸੁਣਾਵੇਂ ਵਿਚਾਰੇ, ਇਹ ਸਿਰਫ ਹਉਮੈ ਦਾ ਕਾਰਨ ਹਨ, ਹੰਕਾਰ ਦੇ ਕਾਰਨ ਹਨ। ਜੇ ਤੂੰ ਇਸ ਹਉਮੈ ਤੇ ਅਹੰਕਾਰ ਨੂੰ ਛੱਡਣਾ ਚਾਹੁੰਦਾ ਹੈ, ਗੁਰੂ ਜੀ ਦੇ ਚਰਨਾਂ ਵਿੱਚ ਆ। ਗੁਰੂ ਜੀ ਦੇ ਰਾਹੀਂ ਹੀ ਇਹ ਹੰਕਾਰ ਛੁੱਟ ਸਕਦਾ ਹੈ, ਕ੍ਰੋਧ ਛੁੱਟ ਸਕਦਾ ਹੈ, ਹਉਮੈ ਛੁੱਟ ਸਕਦੀ ਹੈ ਤੇ ਜੀਵਨ ਦੇ ਵਿੱਚ ਸੱਚ ਆ ਸਕਦਾ ਹੈ। ਆਖਰੀ ਬੰਦ ਹੈ ਪਾਵਨ ਸ਼ਬਦ ਦਾ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ। ਸਭ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਪਰਮਾਤਮਾ ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹ ਹਨ ਜੋ ਸਾਰੇ ਗੁਣਾਂ ਨਾਲ ਭਰੀਆਂ ਪਈਆਂ ਹਨ। ਪਰ ਮੇਰੇ ਅੰਦਰ ਤੇ ਕੋਈ ਵੀ ਐਸਾ ਗੁਣ ਨਹੀਂ ਹੈ ਜਿਸ ਦੀ ਬਰਕਤ ਦੇ ਨਾਲ ਹੇ ਪ੍ਰਮਾਤਮਾ ਜੀ ਮੈਂ ਤੇਰੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਵਸਾਵਾਂ। ਮੇਰੇ ਵਿੱਚ ਤੇ ਬਹੁਤ ਅਵਗੁਣ ਨੇ। ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੋਏ। ਜੇ ਉਹ ਪਤੀ ਪਰਮਾਤਮਾ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਮੈਂ ਵੀ ਉਸ ਦੀ ਸੋਹਣੀ ਨਾਰ ਬਣ ਜਾਵਾਂ, ਉਹਦੀ ਜੀਵ ਇਸਤਰੀ ਬਣ ਜਾਵਾਂ। ਨਾਨਕ ਸ਼ਬਦ ਮਿਲਾਵੜਾ ਨਾ ਵੀ ਛੋੜਾ ਹੋਏ। ਨਾਨਕ ਜੀ ਆਖਦੇ ਹਾਂ ਤੂੰ ਬਣ ਸਕਦੀ ਹੈ ਸੋਹਣੀ ਜੀਵ ਇਸਤਰੀ ਜੇ ਤੂੰ ਗੁਰੂ ਦੇ ਸ਼ਬਦ ਉੱਤੇ ਤੁਰ ਪਵੇਂ, ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਜੀਵਨ ਵਿੱਚ ਚੰਗੇ ਗੁਣ ਵਸਾ ਲਵੇਂ ਤੇ ਸਦੀਵੀ ਮਿਲਾਪ ਪ੍ਰਮਾਤਮਾ ਨਾਲ ਹੋ ਸਕਦਾ ਹੈ। ਫਿਰ ਕਦੀ ਵੀ ਵਿਛੋੜਾ ਨਹੀਂ ਹੋਵੇਗਾ। ਜਿਹੜੇ ਸੱਚ ਨਾਲ ਜੁੜ ਗਏ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੱਚ ਦੀ ਸਾਂਝ ਪਾ ਰਹੀ ਹੈ। ਅਸ਼ਟਪਦੀਆਂ ਦਾ ਇਹ ਸ਼ਬਦ ਸੀ। ਤੂੰ ਮਾਤਰ ਕੋਸ਼ਿਸ਼ ਕੀਤੀ ਹੈ ਗੁਰਬਾਣੀ ਨੂੰ ਸਮਝਣ ਦੀ, ਸਮਝਾਉਣ ਦੀ। ਵੇਖੋ ਬੜੇ ਹਕੀਕੀ ਸੱਚ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਖੋਲ੍ਹੇ ਹੈ। ਗੱਲ ਸਮਝ ਆ ਜਾਵੇ ਤੇ ਬਹੁਤ ਵਧੀਆ ਜੀਵਨ ਬਣ ਸਕਦਾ ਹੈ। ਤੇ ਜੇ ਕੇਵਲ ਇਸ ਕੰਨ ਚੋਂ ਪਾਈ ਤੇ ਦੂਜੇ ਕੰਨ ਚੋਂ ਨਿਕਲ ਗਈ, ਫਿਰ ਤੇ ਜੀਵਨ ਉੱਥੇ ਦਾ ਉੱਥੇ ਹੀ ਖਲੋਤਾ ਹੈ। ਆਓ ਰਲ ਮਿਲ ਕੇ ਗੁਰਮਤ ਨਾਲ ਜੁੜੀਏ, ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਦੀ ਵਿਚਾਰ ਨਾਲ ਜੁੜੀਏ। ਹਰ ਕੋਈ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝਦਿਆਂ ਹੋਇਆਂ ਸਤਿਗੁਰ ਨੂੰ ਆਪਣੇ ਜੀਵਨ ਵਿੱਚ ਵਸਾਉਣ। ਬਾਰ-ਬਾਰ ਗੱਲ ਕੀਤੀ ਗਈ ਹੈ ਗੁਰੂ ਸ਼ਬਦ ਦੀ, ਗੁਰੂ ਦੇ ਪ੍ਰੇਮ ਦੀ, ਸਤਿਗੁਰੂ ਨਾਲ ਜੁੜਨ ਦੀ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦੇਣਾ ਜੀ। ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਪਿਆਰ ਜੀਵਨ ਵਿੱਚ ਵਸ ਜਾਵੇ। ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਸਮੁੱਚੇ ਭਾਈਚਾਰਾ ਜੋ ਗਲੋਬਲ ਗੁਰਬਾਣੀ ਵਿਚਾਰ ਨਾਲ ਜੁੜਿਆ ਹੈ, ਦੇਸ਼ਾਂ ਪ੍ਰਦੇਸ਼ਾਂ ਦੀਆਂ ਅਸੀਂ ਜਿਤਨੇ ਵੀ ਪਰਿਵਾਰਕ ਮੈਂਬਰ ਹਾਂ, ਸਾਡੇ ਸਾਰਿਆਂ ਦੇ ਵਿੱਚ ਸਤਿਗੁਰੂ ਕਿਰਪਾ ਕਰਨ। ਜਿੱਥੇ ਤੁਸੀਂ ਆਪ ਜੁੜਦੇ ਹੋ ਉੱਥੇ ਹੋਰਨਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ, ਕਿਉਂਕਿ ਗੁਰਬਾਣੀ ਦਾ ਪ੍ਰਚਾਰ ਹਰ ਇੱਕ ਦਾ ਫਰਜ਼ ਹੈ ਵੱਧ ਤੋਂ ਵੱਧ ਕਰਨਾ। ਦਾਸਰੇ ਦੇ ਖਤੇ ਝੋਲੀ ਪਾ ਦਿਓ, ਗੁਰਬਾਣੀ ਪੱਲੇ ਬਣ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ